ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਅਸੀਂ ਹਾਜ਼ਰ ਹੋਏ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੇ। ਅੱਜ ਦਾ ਵਿਸ਼ਾ ਰਹੇਗਾ ਟੈਸਟ, ਮੈਡੀਕਲ ਟੈਸਟ। ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਮੈਡੀਕਲ ਟੈਸਟ ਕਰਵਾਉਣੇ ਚਾਹੀਦੇ ਨੇ। ਧੜਾਧੜ ਜਿਹੜੇ ਲੋਕੀ ਨੇ ਉਹ ਮੈਡੀਕਲ ਟੈਸਟਾਂ ਦੇ ਕੋਲ ਲੈਬਸ ਦੇ ਕੋਲ ਜਿਹੜੇ ਪਹੁੰਚ ਰਹੇ ਨੇ, ਆਪਣੇ ਆਪ ਪਹੁੰਚ ਰਹੇ ਨੇ। ਮਾੜਾ ਜਿਹਾ ਬੰਦੇ ਦੇ ਅੰਦਰ ਸਰੀਰ ਦੇ ਵਿੱਚ ਕੁਛ ਨਾ ਕੁਛ ਉਹਨਾਂ ਨੂੰ ਲੱਗਦਾ ਕੋਈ ਅਲਾਮਤ ਆ ਰਹੀ ਹੈ ਤਾਂ ਉਹ ਭੱਜਦੇ ਨੇ ਟੈਸਟ ਕਰਾਉਣ ਨੂੰ। ਉੱਥੇ ਲੈਬੋਰਟਰੀ ਵਾਲੇ ਪੁੱਛਦੇ ਨੇ ਵੀ ਕਿਸ ਚੀਜ਼ ਦਾ ਟੈਸਟ ਕਰੀਏ, ਤਾਂ ਉਹ ਕਹਿੰਦੇ ਵੀ ਸਾਨੂੰ ਆਹ ਦਰਦ ਹੈ, ਆਹ ਇੱਥੇ ਪ੍ਰੋਬਲਮ ਹੈ, ਤੁਸੀਂ ਆਪਣੇ ਆਪ ਹੀ ਟੈਸਟ ਕਰ ਦਿਓ। ਅਤੇ ਅਜਿਹੇ ਹਾਲਾਤਾਂ ਦੇ ਵਿੱਚ ਅੱਗੇ ਉਹਨਾਂ ਚੀਜ਼ਾਂ ਦੇ ਅਸਰ ਕੀ ਨਿਕਲ ਰਹੇ ਨੇ, ਲੈਬੋਰਟਰੀਆਂ ਵਾਲੇ ਨੂੰ ਇਹ ਟੈਸਟ ਜਿਹੜੇ ਕਰਨੇ ਚਾਹੀਦੇ ਨੇ ਜਾਂ ਨਹੀਂ ਕਰਨੇ ਚਾਹੀਦੇ, ਇਸ ਦੇ ਨਾਲ ਨਾਲ ਜਿਹੜੀਆਂ ਜੁੜੀਆਂ ਨੇ ਅੱਗੇ ਜਿਹੜੀਆਂ ਚੀਜ਼ਾਂ ਨੇ ਉਹਦੇ ਨਤੀਜੇ ਕੀ ਨਿਕਲਦੇ ਨੇ, ਇਹ ਅੱਜ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲੋਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮਹਾਂਮਾਰੀ ਦਾ ਵੀ ਦੌਰ ਚੱਲ ਰਿਹਾ ਹੈ ਅਤੇ ਬਿਮਾਰੀਆਂ ਜਿਹੜੀਆਂ ਨੇ ਉਹ ਤਕਰੀਬਨ ਸਮਾਜ ਨੂੰ ਅਕਸਰ ਘੇਰੀ ਰੱਖਦੀਆਂ ਨੇ। ਜਿਸ ਤਰ੍ਹਾਂ ਦਾ ਸਾਡਾ ਵਾਤਾਵਰਨ ਹੋ ਗਿਆ, ਜਿਸ ਤਰ੍ਹਾਂ ਦਾ ਸਾਡਾ ਖਾਣ ਪਾਣ ਹੋ ਗਿਆ ਅਤੇ ਜਿਸ ਤਰ੍ਹਾਂ ਦੀ ਸਾਡੀ ਸੋਚ ਬਣ ਗਈ ਹੈ, ਭੱਜ ਦੌੜ ਦੀ ਜ਼ਿੰਦਗੀ ਵਿੱਚ ਐਕਸਰਸਾਈਜ਼ ਵੀ ਨਹੀਂ ਕਰ ਪਾ ਰਹੇ। ਜਿਸ ਤਰ੍ਹਾਂ ਤੁਸੀਂ 5 ਪਿੱਲਰ ਦੱਸੇ ਹੋਏ ਨੇ ਜੀ ਸਿਹਤ ਨੂੰ ਕਾਮਯਾਬ ਕਰਨ ਲਈ, ਆਪਾਂ ਇੱਕ ਵੀ ਚੀਜ਼ ਨਹੀਂ ਉਸ ਨੂੰ ਅਪਣਾ ਨਹੀਂ ਰਹੇ। ਹਾਲਾਤ ਇਹ ਬਣ ਚੁੱਕੇ ਨੇ ਕਿ ਸਰੀਰ ਜਿਹੜੇ ਨੇ ਉਹ ਲਗਭਗ ਬਿਮਾਰ ਤੁਰੇ ਫਿਰਦੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਬਣਦੇ ਨੇ ਉਹ ਜਾ ਕੇ ਆਪ ਹੀ ਟੈਸਟ ਕਰਾਉਣ ਚਲੇ ਜਾਂਦੇ ਨੇ। ਕੀ ਕਹਿਣਾ ਚਾਹੋਗੇ ਜੀ? ਕੁਲਵੰਤ ਜੀ, ਜਿਹੜਾ ਟੈਸਟ ਕਰਵਾਉਣ ਵਾਲੀ ਨਾ ਇਹ ਸਿਆਣਪ, ਇਹਦੇ 'ਚ ਨਾ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜਾ ਬੰਦਾ ਟੈਸਟ ਕਰਵਾਉਣ ਜਾ ਰਿਹਾ ਉਹ ਆਪਣੀ ਸਿਆਣਪ ਜ਼ਰੂਰ ਵਰਤੇ। ਜਦੋਂ ਅਸੀਂ ਬਿਨਾਂ ਸਿਆਣਪ ਦੇ ਕਰਾਵਾਂਗੇ ਤਾਂ ਫਿਰ ਅੱਜ ਕੱਲ੍ਹ ਹੁਣ ਕਮਰਸ਼ੀਅਲ ਯੁੱਗ ਹੈ, ਵਪਾਰ ਦਾ ਯੁੱਗ ਹੈ ਅਤੇ ਵਪਾਰੀ ਚਾਰ ਸਵੇਰੇ ਬੈਠੇ ਆ ਆਪਣੇ ਆਪਣੇ ਜਾਲ ਫੈਲਾ ਕੇ। ਤਾਂ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਫਿਰ ਆਪਣੇ ਜਾਲ 'ਚ ਫਸਾਉਣਗੇ, ਕੁਦਰਤੀ ਗੱਲ ਹੈ। ਅਤੇ ਫਿਰ ਤੁਸੀਂ ਉਹਦੇ ਅੱਗੇ ਪੈਕੇਜ ਨੇ ਵੀ ਫੁੱਲ ਬੋਡੀ ਪੈਕੇਜ ਅਤੇ ਇਹ ਅਤੇ ਉਹ ਅਤੇ ਇਹੋ ਜਿਹਾ ਕਈ ਕੁਛ ਹੈ, ਤਾਂ ਉਹ ਫਿਰ ਸਾਰੇ ਦਾ ਸਾਰਾ ਕਰ ਦਿੰਦੇ ਆ ਟੈਸਟ। ਇੱਕ ਤਾਂ ਇਹ ਪੱਖ ਦਾ ਹੈਗਾ ਜੀ, ਉਸ ਗੱਲ ਪੱਖ ਤੋਂ ਚੇਤਨ ਰਹਿਣਾ ਚਾਹੀਦਾ। ਲੇਕਿਨ ਜੇ ਆਪਾਂ ਕਹੀਏ ਵੀ ਸੈਲਫ ਮੈਡੀਕੇਸ਼ਨ ਅਤੇ ਸੈਲਫ ਟੈਸਟ 'ਚੋਂ ਅਗਰ ਬੰਦੇ ਨੇ ਪ੍ਰੈਫਰ ਕਰਨਾ ਹੋਵੇ ਤਾਂ ਸੈਲਫ ਟੈਸਟ ਮੈਂ ਪ੍ਰੈਫਰ ਕਰੂੰਗਾ, ਕਿਉਂਕਿ ਕਮ ਸੇ ਕਮ ਟੈਸਟ ਫਾਲਤੂ ਕਰਾਉਣ ਦਾ ਜਿਹੜਾ ਨੁਕਸਾਨ ਹੈ ਪੈਸੇ ਦਾ ਹੋਇਆ ਨਾ, ਲੇਕਿਨ ਸੈਲਫ ਮੈਡੀਕੇਸ਼ਨ ਕਰਨ ਦਾ ਜਿਹੜਾ ਨੁਕਸਾਨ ਹੈ ਉਹ ਸੈਲਫ ਮੈਡੀਕੇਸ਼ਨ ਜਾਂ ਜ਼ਿਆਦਾ ਦਵਾਈ ਖਾਣਾ, ਬਿਨਾਂ ਟੈਸਟ ਦੇ ਦਵਾਈ ਖਾਈ ਜਾਣਾ, ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਡਬਲ ਨੁਕਸਾਨ ਕਰ ਰਹੇ ਹੋ। ਪੈਸਾ ਤਾਂ ਖਰਾਬ ਕਰ ਹੀ ਰਹੇ ਹੋ, ਨਾਲ ਆਪਣੇ ਆਪ ਨੂੰ ਜਿਹੜੀਆਂ ਟੌਕਸਿਕ ਦਵਾਈਆਂ ਨੂੰ ਐਕਸਪੋਜ਼ ਕਰ ਰਹੇ ਹੋ। ਤਾਂ ਇਸ ਕਰਕੇ ਟੈਸਟਾਂ ਵਾਲੀ ਗੱਲ ਜਿਹੜੀ ਹੈ ਇਹ ਥੋੜ੍ਹੀ ਸਿਆਣਪ ਕਰਨੀ ਚਾਹੀਦੀ ਹੈ। ਅਤੇ ਵੈਸੇ ਜੇ ਆਪਾਂ ਥੋੜ੍ਹੇ ਜਿਹੇ ਸਿਆਣੇ ਹੋਈਏ ਅਤੇ ਆਪਣੀ ਬਾਡੀ ਪ੍ਰਤੀ ਸੁਚੇਤ ਹੋਈਏ ਤਾਂ ਤਕਰੀਬਨ ਸਰੀਰ ਸਾਡਾ ਇੰਡੀਕੇਸ਼ਨ ਦੇ ਦਿੰਦਾ ਸਾਨੂੰ। ਸਰੀਰ ਦੇ ਅੰਦਰ ਜਿਹੜੀ ਚੇਤਨਾ ਹੈ ਉਹ ਬੜੀ ਹੀ ਸਾਡੇ ਨਾਲੋਂ ਜ਼ਿਆਦਾ ਕਿਤੇ ਸਿਆਣੀ ਹੈ ਅਤੇ ਸਾਨੂੰ ਕਿਸੇ ਨਾ ਕਿਸੇ ਸ਼ਕਲ 'ਚੋਂ ਹਿੰਟ ਦੇ ਰਹੀ ਹੁੰਦੀ ਹੈ ਕਿ ਤੁਹਾਡਾ ਆਹ ਸਿਸਟਮ ਆਹ ਚੀਜ਼ ਜਿਹੜੀ ਹੈ ਇਹ ਨੁਕਸਦਾਰ ਹੈ। ਤਾਂ ਉਨੇ ਕੁ ਟੈਸਟ ਜ਼ਰੂਰ ਕਰਵਾ ਲੈਣੇ ਚਾਹੀਦੇ ਆ। ਵੈਸੇ ਆਈਡੀਅਲ ਤਾਂ ਕੁਲਵੰਤ ਜੀ ਇਹ ਬਣਦਾ ਕਿ ਸਾਡਾ ਫੈਮਿਲੀ ਡਾਕਟਰ ਹੋਵੇ, ਹਰ ਬੰਦੇ ਦਾ ਆਪਣਾ ਫੈਮਿਲੀ ਡਾਕਟਰ ਹੋਵੇ ਅਤੇ ਉਹਨੂੰ ਪਹਿਲਾਂ ਦਿਖਾਈਏ ਅਸੀਂ। ਫੈਮਿਲੀ ਡਾਕਟਰ ਸਾਨੂੰ ਦੱਸੇ ਵੀ ਆਹ ਟੈਸਟ ਕਰਾਉਣੇ ਆ ਜੀ ਜੀ। ਫੈਮਿਲੀ ਡਾਕਟਰ ਸਾਨੂੰ ਦੱਸੇ ਕਿ ਫਲਾਣੇ ਸਪੈਸ਼ਲਿਸਟ ਕੋਲ ਜਾਣਾ। ਇੱਥੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਨਿਰਖਤ ਹੈ ਵੀ ਨਾ ਤਾਂ ਕੋਈ ਫੈਮਿਲੀ ਡਾਕਟਰ ਦਾ ਸਿਸਟਮ ਹੀ ਨਹੀਂ ਹੈ, ਫੈਮਿਲੀ ਡਾਕਟਰ ਨਾਂ ਦੀ ਚੀਜ਼ ਕੋਈ ਨਹੀਂ ਹੈ। ਅਤੇ ਦੂਜੀ ਗੱਲ ਇਹ ਵੀ ਸਪੈਸ਼ਲਿਸਟ ਕੋਲ ਅਸੀਂ ਸਿੱਧੇ ਤੁਰ ਜਾਂਦੇ ਹਾਂ ਬਿਨਾਂ ਮਤਲਬ ਦੇ। ਸੁਪਰ ਸਪੈਸ਼ਲਿਸਟ ਕੋਲ ਵੀ ਸਿੱਧੇ ਤੁਰ ਜਾਂਦੇ ਹਾਂ। ਤਾਂ ਹੁਣ ਮੇਰੇ ਤਾਂ ਦੋਸਤ ਨੇ ਡਾਕਟਰ ਸਾਰੇ ਆਪਸ ਜਾਣਦੇ ਆ ਇੱਕ ਦੂਜੇ ਨੂੰ, ਤਾਂ ਆਪਾਂ ਪਾਵਾਂਗੇ ਕਿ ਸੁਪਰ ਸਪੈਸ਼ਲਿਸਟ ਕੋਲ ਮੈਂ ਬਹੁਤ ਵਾਰੀ ਦੇਖਿਆ ਕਿ 80% ਮਰੀਜ਼ ਜਿਹੜੇ ਹੁੰਦੇ ਨੇ ਉਹਦੀ ਸੁਪਰ ਸਪੈਸ਼ਲਾਈਜੇਸ਼ਨ ਦੇ ਹਿਸਾਬ ਨਾਲ ਹੁੰਦੇ ਹੀ ਨਹੀਂ। ਮੰਨ ਲਓ ਹਾਰਟ ਵਾਲੇ ਬੰਦੇ ਕੋਲ ਜਾ ਰਹੇ ਮਰੀਜ਼ ਸਿੱਧੇ, ਤਾਂ ਉਹ ਪਾਓਗੇ ਕਿ 20% ਮਰੀਜ਼ ਤਾਂ ਹਾਰਟ ਦੇ ਆ, ਬਾਕੀ 80% ਮਰੀਜ਼ ਹੋਰ ਬਿਮਾਰੀਆਂ ਦੇ ਆ। ਮੈਡੀਸਨ ਦਾ ਕੋਈ ਕਿਸੇ ਦਾ ਹਾਂ, ਜਿਹਦੀ ਕਿ ਜਿਹਨੂੰ ਜਾਣਦੀ ਹੈ ਲੋੜ ਨਹੀਂ ਸੀ ਸੁਪਰ ਸਪੈਸ਼ਲਿਸਟ ਕੋਲ। ਕਿਉਂਕਿ ਜਦੋਂ ਤੁਸੀਂ ਸੁਪਰ ਸਪੈਸ਼ਲਿਸਟ ਕੋਲ ਜਾਓਗੇ ਸਿੱਧਾ ਤਾਂ ਫਿਰ ਉਹ ਕੁਦਰਤੀ ਗੱਲ ਉਹ ਟੈਸਟ ਵੀ ਜ਼ਿਆਦਾ ਲਿਖੇਗਾ, ਮਹਿੰਗੇ ਵੀ ਲਿਖੇਗਾ, ਅਤੇ ਉਹ ਇਹੋ ਜਿਹੇ ਟੈਸਟ ਵੀ ਹੋਣਗੇ ਜਿਹੜੇ ਕਿ ਤੁਹਾਨੂੰ ਨੁਕਸਾਨ ਵੀ ਕਰ ਸਕਦੇ ਆ। ਦੂਜੀ ਗੱਲ, ਟੈਸਟ ਕਰਾਉਣ ਲੱਗਿਆ ਆਪਾਂ ਨੂੰ ਦੂਜਾ ਸੋਚਣਾ ਹੁੰਦਾ ਕਿ ਜਿਹੜੇ ਟੈਸਟ ਮੈਂ ਕਰਵਾਉਣ ਜਾ ਰਿਹਾ ਉਹ ਮੈਨੂੰ ਪੈਸੇ ਤੋਂ ਇਲਾਵਾ ਜਿਹੜੇ ਮੇਰੇ ਸਰੀਰ ਨੂੰ ਨੁਕਸਾਨ ਕਰਨ ਵਾਲਾ ਤਾਂ ਨਹੀਂ ਕੋਈ। ਉਹਨੂੰ ਅਸੀਂ ਇਨਵੇਸਿਵ ਟੈਸਟ ਕਹਿੰਦੇ ਹਾਂ। ਜੇ ਤਾਂ ਤੁਸੀਂ ਸਿੰਪਲੀ ਖੂਨ ਟੈਸਟ ਕਰਾਉਣਾ ਹੈ, ਪਿਸ਼ਾਬ ਟੈਸਟ ਕਰਾਉਣਾ ਹੈ, ਕੋਈ ਬਲਗਮ ਟੈਸਟ ਕਰਾਉਣੀ ਹੈ ਤਾਂ ਉਹਦੇ 'ਚ ਕੋਈ ਦਿੱਕਤ ਨਹੀਂ ਕਿ ਕੋਈ ਗੱਲ ਨਹੀਂ, ਪੈਸਾ ਫਾਲਤੂ ਲੱਗ ਜੂਗਾ ਤਾਂ ਪਰ ਲੇਕਿਨ ਕੋਈ ਸਰੀਰ ਨੂੰ ਨੁਕਸਾਨ ਨਹੀਂ ਹੋਇਆ। ਲੇਕਿਨ ਜੇ ਮੰਨ ਲਓ ਆਪਣਾ ਐਕਸਰੇ ਕਰਾਉਣਾ ਹੈ ਜਾਂ CT ਸਕੈਨ ਕਰਾਉਣਾ ਹੈ, ਉਹਦੇ 'ਚ ਜਾਂ ਐਂਜੀਓਗ੍ਰਾਫੀ ਕਰਾਉਣੀ ਹੈ, ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਨੁਕਸਾਨ ਕਰਨ ਵਾਲੀਆਂ ਉਹ ਇੱਕ ਵੱਖਰਾ ਮਸਲਾ ਹੈ ਕਿ ਉਹ ਥੋੜ੍ਹਾ ਜਿਹਾ ਸੋਚ ਸਮਝ ਕੇ ਕਰਾਉਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਸ਼ੌਕੀਆ ਹਰ ਸਾਲ ਟੈਸਟ ਕਰਾਈ ਜਾਂਦੇ ਆ। ਉਹਦੇ 'ਚ ਇੱਕ
ਫਸ ਵੀ ਜਾਂਦਾ ਬੰਦਾ ਜੇ ਸਿਆਣਾ ਨਹੀਂ ਹੋਏਗਾ ਤਾਂ। ਉਹ ਜੇ ਤੁਸੀਂ ਸਾਰੀ ਬੋਡੀ ਦੇ ਟੈਸਟ ਕਰਵਾ ਲਏ, ਮੰਨ ਲਓ ਅੱਜ ਕੱਲ੍ਹ ਇੱਕ ਹੋਰ ਬੜਾ ਹੀ ਹੋਰ ਡਰਾਮਾ ਨਿਕਲਿਆ ਹੋਇਆ, ਇੱਕ ਮਸ਼ੀਨ ਜੀ ਆਈ ਹੋਈ ਹੈ, ਉਹਦੇ 'ਚ ਪਾ ਦਿੰਦੇ ਤਾਂ 400-500 ਟੈਸਟ ਕੱਢ ਕੇ ਦੇ ਦਿੰਦਾ ਤੁਹਾਨੂੰ। ਉਹਦੀ ਇੰਟਰਪ੍ਰੀਟੇਸ਼ਨ ਪਤਾ ਨਹੀਂ ਕਿਸੇ ਨੂੰ ਵੀ ਕੀ ਹੈ ਅਤੇ ਕੀ ਨਹੀਂ ਹੈ, ਉਹ 'ਚ ਕੁਛ ਨਾ ਕੁਛ ਨੁਕਸਾ ਹੀ ਹੁੰਦਾ। ਉਹਦਾ ਬੰਦਾ ਉਲਝ ਜਾਂਦਾ, ਫਿਰ ਉਲਝ ਜਾਂਦਾ ਤਾਂ ਫਿਰ ਡਾਕਟਰ ਕੋਲ ਜਾਊਗਾ, ਫਿਰ ਦਵਾਈਆਂ ਖਾਊਗਾ ਜਾਂ ਕੁਛ ਨਾ ਕੁਛ ਹੋ ਜਾ, ਉਹ ਚੱਕਰ ਪੈ ਜਾਂਦਾ। ਅਤੇ ਇਸ ਕਰਕੇ ਜਿਹੜਾ ਰੂਟੀਨ ਚੈੱਕਅਪ ਵਾਲਾ ਕੰਮ ਹੈ ਬਾਈ ਐਂਡ ਲਾਰਜ ਅਵੋਇਡ ਕਰਨਾ ਚਾਹੀਦਾ ਜਦ ਤੱਕ ਤੁਹਾਨੂੰ ਕੋਈ ਲਾਮਤ ਨਹੀਂ ਹੈ। ਜਾਂ ਜੇ ਕਮ ਸੇ ਕਮ ਤੁਸੀਂ ਇੱਕ ਵਾਰੀ ਸ਼ੱਕ ਕੱਢ ਲਿਆ ਤਾਂ ਕਮ ਸੇ ਕਮ 3-4 ਸਾਲ 5 ਸਾਲ ਦਾ ਟਿਕੋ। ਜੇ ਤੁਸੀਂ ਤੁਹਾਡਾ ਕੋਈ ਆਪਣਾ ਜੇ ਕੋਈ ਮੇਨ ਕਰਨ ਵਾਲੀ ਗੱਲ ਤਾਂ ਕੀ ਹੁੰਦੀ ਹੈ ਕਿ ਆਪਣਾ ਜਿਹੜਾ ਲਾਈਫ ਦਾ ਰੂਟੀਨ ਹੈ, ਲਾਈਫ ਦਾ ਖਾਣਾ ਪੀਣਾ, ਰਹਿਣਾ ਸਹਿਣਾ, ਹੱਸਣਾ ਜਾਗਣਾ, ਰੋਣਾ, ਜਿਹੜਾ ਇਹ ਠੀਕ ਹੋਵੇ। ਜੇ ਬੰਦੇ ਦੀ ਲਾਈਫ ਠੀਕ ਚੱਲ ਰਹੀ ਹੈ ਤਾਂ ਆਮ ਤੌਰ 'ਤੇ ਜਲਦੀ ਕੁਛ ਨਹੀਂ ਹੁੰਦਾ। ਅਤੇ ਜੇ ਤੁਹਾਡੀ ਇਹ ਲਾਈਫ ਠੀਕ ਨਹੀਂ ਚੱਲ ਰਹੀ ਤਾਂ ਫਿਰ ਕੁਛ ਨਾ ਕੁਛ ਹੋਣਾ ਹੀ ਹੁੰਦਾ। ਅਤੇ ਇਸ ਕਰਕੇ ਜਿਹੜਾ ਰੂਟੀਨ ਚੈੱਕਅਪ ਵਾਲੇ ਟੈਸਟ ਨੇ ਉਹ ਕਰਾਉਣੇ ਉਦੋਂ ਹੀ ਚਾਹੀਦੇ ਆ ਜਦੋਂ ਕੋਈ ਤੁਹਾਨੂੰ ਕਿਸੇ ਕਿਸਮ ਦੀ ਬਿਮਾਰੀ ਦਾ ਸ਼ੱਕ ਹੋਵੇ। ਇਸ ਕਰਕੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਬਹੁਤ ਹੀ ਸਿਆਣਪ ਨਾਲ ਕਰਾਓ, ਕਿਉਂਕਿ ਦੂਜੀ ਗੱਲ ਜਿਹੜਾ ਤੁਸੀਂ ਡਾਇਰੈਕਟ ਵਾਲੀ ਗੱਲ ਕਹੀ ਹੈ ਵੀ ਡਾਇਰੈਕਟ ਟੈਸਟ ਕਰਾਉਣੇ ਆ ਕਿ ਡਾਕਟਰ ਦੇ ਥਰੂ ਕਰਾਉਣੇ ਆ, ਤਾਂ ਉਹ ਤਾਂ ਬੜਾ ਥੋੜ੍ਹਾ ਜਿਹਾ ਸਵਾਲ ਟੇਢਾ, ਕਿਉਂਕਿ ਸਿੱਧੇ ਜਾਓਗੇ ਤਾਂ ਸਸਤੇ ਹੋ ਜਾਣਗੇ ਅਤੇ ਜੇ ਡਾਕਟਰ ਦੇ ਥਰੂ ਜਾਓਗੇ ਤਾਂ ਡਬਲ ਰੇਟ 'ਚ ਹੋਣਗੇ। ਇਹ ਵੀ ਦਿੱਕਤ ਹੈ। ਤਾਂ ਸੋ ਇਸ ਕਰਕੇ ਲੋਕ ਸਿੱਧੇ ਜਾਂਦੇ ਆ ਤਾਂ ਉਹ ਸਿਆਣੇ ਆ, ਇਹਦਾ ਮਤਲਬ, ਕਿਉਂਕਿ ਉਹ ਜਦ ਸਿੱਧੇ ਜਾਂਦੇ ਹੋ ਤਾਂ ਉਹ ਮੰਨਦੇ ਨਹੀਂ, ਫਿਰ ਅੱਗੋਂ ਉਹ ਕਹਿੰਦੇ ਵੀ ਇੱਥੋਂ ਨਹੀਂ ਪੁਰਾਣੀ ਜਗ੍ਹਾ। ਹਾਂ, ਉਹ ਦਿੱਕਤ ਹੈਗੀ ਹੈ, ਉਹ ਤਾਂ ਹੈਗੀ ਦਿੱਕਤ ਵੀ, ਉਹ ਦਿੱਕਤ ਹੈਗੀ ਹੈ। ਲੇਕਿਨ ਜੇ ਉਹ ਅਗਲਾ ਸੋਚ ਕੇ ਜਾਂਦਾ ਨਾ ਵੀ ਹੋ ਸਕਦਾ ਮੈਨੂੰ ਡਾਕਟਰ ਕੋਲ ਜਾਣਾ ਹੀ ਨਾ ਪਵੇ, ਤਾਂ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਣੀ ਜਿਹੜੀ ਵਿਜ਼ਡਮ ਯੂਜ਼ ਕਰ ਰਹੇ ਆ ਲੋਕ, ਉਹ ਉਸ ਮਜਬੂਰੀ 'ਚੋਂ ਕਰ ਰਹੇ ਆ ਕਿ ਉਹ ਟਰੈਪ ਜਿਹੜਾ ਹੈ ਕਿ ਤੁਸੀਂ ਟੈਸਟ ਜਾਓਗੇ, ਟੈਸਟ ਲਿਖੇ ਜਾਣਗੇ ਅਤੇ ਫਿਰ ਉਹਦੇ ਤੁਹਾਡੇ ਡਬਲ ਰੇਟਸ ਲੱਗਣਗੇ। ਉਹ ਕਿਤੇ ਨਾ ਕਿਤੇ ਉਹ ਟਰੈਪ ਜਿਹੜਾ ਹੈ ਉਹ ਵੀ ਬੜਾ ਖਤਰਨਾਕ ਹੈ। ਦੂਜੀ ਗੱਲ, ਬਹੁਤ ਸਾਰੇ ਟੈਸਟ ਨੇ ਪਹਿਲਾਂ ਸਿੰਪਲ ਟੈਸਟ ਕਰਾਉਣੇ ਚਾਹੀਦੇ ਆ। ਬਹੁਤ ਵਾਰੀ ਮੈਂ ਦੇਖਿਆ ਕਿ ਸਿੰਪਲ ਜਿਹਾ ਟੈਸਟ ਤਾਂ ਨਹੀਂ ਕਰਵਾਇਆ ਹੁੰਦਾ, ਬੜੇ ਕੰਪਲੀਕੇਟਡ ਜਿਹੇ ਸਾਰੇ ਟੈਸਟ ਜਿਹੜੇ ਬਹੁਤ ਮਹਿੰਗੇ ਉਹ ਕਰਵਾਏ ਹੋਣਗੇ, ਰੇਅਰ ਜੇ। ਸਿੰਪਲ ਟੈਸਟ ਹੈ ਜੇ ਹੁਣ ਮੰਨ ਲਓ ਫੀਵਰ ਦਾ ਕੇਸ ਹੈ, ਬੁਖਾਰ ਦੇ ਵਿੱਚ ਸਾਰੀ ਦੁਨੀਆ ਭਰ ਦੇ ਟੈਸਟ ਕਰਾਉਣ ਦੀ ਕੀ ਲੋੜ ਹੈ। ਸਿੰਪਲ ਜਿਹੇ ਟੈਸਟ ਕਰਵਾਓ, ਜੇ CBC ਕਰਵਾ ਲਿਆ, ਕੰਪਲੀਟ ਬਲੱਡ ਕਾਊਂਟ, ਅੱਜ ਕੱਲ੍ਹ ਮਸ਼ੀਨਾਂ ਆ ਗਈਆਂ, ਕੰਪਲੀਟ ਬਲੱਡ ਕਾਊਂਟ ਕਰਾ ਲਓ, ਯੂਰਿਨ ਕੰਪਲੀਟ ਕਰਾ ਲਓ, UTI ਸਭ ਤੋਂ ਕਾਮਨ ਹੈ। ਤੀਜਾ, ਜੇ ਕੋਈ ਤੁਹਾਨੂੰ ਸ਼ੱਕ ਹੈ ਤਾਂ ਮਲੇਰੀਆ, ਅਗਰ ਮਲੇਰੀਆ ਅੱਜ ਕੱਲ੍ਹ ਪਤਾ ਹੋ ਨਹੀਂ ਰਿਹਾ, ਕਿਸੇ ਜ਼ਮਾਨੇ 'ਚ ਮਲੇਰੀਆ ਬਹੁਤ ਹੁੰਦਾ ਸੀਗਾ, ਉਦੋਂ ਅਸੀਂ ਵੱਡੇ ਮਲੇਰੀਆ ਵੀ ਰੂਟੀਨ 'ਚ ਕਰਾਉਂਦੇ ਹੁੰਦੇ ਸੀਗੇ, ਲੇਕਿਨ ਅੱਜ ਕੱਲ੍ਹ ਮਲੇਰੀਆ ਬਹੁਤ ਘੱਟ ਹੋ ਰਿਹਾ, ਤਾਂ ਇਸ ਕਰਕੇ ਮਲੇਰੀਆ ਦਾ ਵੀ ਉਦੋਂ ਜੇ ਤੁਹਾਨੂੰ ਸ਼ੱਕ ਪੈ ਰਿਹਾ ਤਾਂ ਮਲੇਰੀਆ ਦਾ ਕਰਾ ਲਓ। ਲੇਕਿਨ ਜੇ ਦੋ ਟੈਸਟ ਬਹੁਤੇ ਅੱਜ ਕੱਲ੍ਹ ਜਿੰਨੇ ਬੁਖਾਰ ਹੈ, ਅੱਜ ਕੱਲ੍ਹ ਮੌਸਮ ਜਿਵੇਂ ਮੌਸਮੀ ਬੁਖਾਰ ਚੱਲਿਆ ਹੋਇਆ, ਤਾਂ ਮੌਸਮੀ ਬੁਖਾਰ ਦੇ ਅੰਦਰ ਕੁਛ ਵੀ ਨਹੀਂ ਕਰਾਉਣ ਦੀ ਲੋੜ, ਸਿਰਫ CBC ਕਰ ਲਈ ਬਹੁਤ ਹੈ। ਔਰ CBC ਤੁਸੀਂ ਟੈਸਟ ਕਰਵਾ ਲੈਣਾ, ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਤੁਹਾਡੇ ਪਲੇਟਲੈਟ ਕਿੰਨੇ ਘਟੇ ਹੋਏ ਆ, ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਤੁਹਾਨੂੰ ਕੋਈ ਬੈਕਟੀਰੀਅਲ ਇਨਫੈਕਸ਼ਨ ਤਾਂ ਨਹੀਂ ਹੈ। ਬਸ ਇੰਨਾ ਕੁ ਚਾਹੀਦਾ ਹੁੰਦਾ। ਜਿਹੜਾ ਟਾਈਫਾਇਡ ਦਾ ਲੋਕ ਟੈਸਟ ਕਰਵਾਉਂਦੇ ਆ, ਉਹ ਟਾਈਫਾਇਡ ਦਾ ਟੈਸਟ ਕਿਸੇ ਕੰਮ ਦਾ ਨਹੀਂ ਹੈ। ਉਹ ਤੋਂ ਮੈਂ ਜ਼ਰੂਰ ਦਰਸ਼ਕਾਂ ਨੂੰ ਵਾਰਨ ਕਰਨਾ ਚਾਹਾਂਗਾ ਕਿ ਟਾਈਫਾਇਡ ਦਾ ਟੈਸਟ ਕਰਾਉਣ ਦਾ ਕੋਈ ਤੁਕ ਨਹੀਂ ਹੈ। ਟਾਈਫਾਇਡ ਦਾ ਟੈਸਟ ਨਾ ਤਾਂ ਕੋਈ ਚੱਜ ਨਾਲ ਕਰਦਾ, ਹਰ ਲੈਬੋਰਟਰੀ ਨੂੰ ਕਹਿ ਦਿੰਦੀ ਵੀ ਇਹ ਪੋਜ਼ੀਟਿਵ ਹੈ ਜੀ, ਹਰ ਬੰਦਾ ਆ ਕੇ ਪਹਿਲਾਂ ਗੱਲ ਹੀ ਕਰੂਗਾ ਵੀ ਟਾਈਫਾਇਡ ਹੈ ਜੀ ਮੈਨੂੰ। ਹਾਲਾਂਕਿ ਕਿਸੇ ਨੂੰ ਟਾਈਫਾਇਡ ਦੀ ਡੈਫੀਨੇਸ਼ਨ, ਟਾਈਫਾਇਡ ਦਾ ਜਿਹੜਾ ਪੰਜਾਬੀ ਦਾ ਨਾਂ ਸੀ ਉਹ ਸੀਗਾ ਮਿਆਦੀ ਬੁਖਾਰ। ਮਿਆਦੀ ਬੁਖਾਰ ਦਾ ਮਤਲਬ ਸੀ ਜਾਂ ਤਾਂ ਉਹ ਠੀਕ ਹੋ ਜਾਏਗਾ ਜਾਂ ਤੁਹਾਨੂੰ ਲੈ ਲੱਥੇਗਾ। ਮਿਆਦੀ ਬੁਖਾਰ ਦਾ ਮਤਲਬ ਇਹ ਹੁੰਦਾ ਸੀ ਵੀ 3 ਜਾਂ 4 ਹਫ਼ਤਿਆਂ 'ਚ ਜੇ ਉਤਰਨਾ ਹੋਇਆ ਤਾਂ ਉਤਰ ਜੂਗਾ, ਨਹੀਂ ਜੇ ਬਾਹਲਾ ਵੱਧ ਗਿਆ ਤਾਂ ਫਿਰ ਤੁਹਾਨੂੰ ਲੈ ਲੱਥੂਗਾ। ਤਾਂ ਉਹ ਅੱਜ ਕੱਲ੍ਹ ਹੁਣ ਲੋਕ ਵਿਖਾਉਣਗੇ ਵੀ ਪਿਛਲੇ 6 ਮਹੀਨਿਆਂ ਤੋਂ ਜੀ ਮੈਨੂੰ ਜੀ ਮਾੜਾ ਬੁਖਾਰ ਜਿਹਾ ਰਹੀ ਜਾਂਦਾ, ਹੱਡ ਪੈਰ ਟੁੱਟ ਜਾਂਦੇ ਅਤੇ ਮੈਂ ਟੈਸਟ ਕਰਾਇਆ ਸੀਗਾ, ਟਾਈਫਾਇਡ ਆ ਗਿਆ। ਹੁਣ ਇਹ ਟਾਈਫਾਇਡ ਦਾ ਕੋਈ ਮਤਲਬ ਨਹੀਂ ਹੈ, ਕੋਈ ਟਾਈਫਾਇਡ ਵੈਸੇ ਵੀ ਬਹੁਤ ਘੱਟ ਆ ਰਿਹਾ ਹੁਣ ਅੱਜ ਕੱਲ੍ਹ ਟਾਈਫਾਇਡ ਫੀਵਰ ਦੇ ਕੇਸਿਸ ਬਹੁਤ ਘੱਟ ਗਏ ਆ। ਉਹਦਾ ਕਾਰਨ ਇਹ ਕਿ ਅਸੀਂ ਐਂਟੀਬਾਇਓਟਿਕਸ ਆਮ ਖਾਣ ਲੱਗੇ ਹਾਂ ਕਿਸੇ ਨਾ ਕਿਸੇ ਬਹਾਨੇ। ਉਹ ਟਾਈਫਾਇਡ ਦੇ ਜਿਹੜਾ ਬੰਦਾ ਐਂਟੀਬਾਇਓਟਿਕ ਖਾ ਲੈਂਦਾ ਉਹਨੂੰ ਟਾਈਫਾਇਡ ਵੈਸੇ ਠੀਕ ਹੋ ਜਾਂਦਾ, ਅਤੇ ਟਾਈਫਾਇਡ ਹੋ ਵੀ ਨਹੀਂ ਰਿਹਾ ਕਿਉਂਕਿ ਟਾਈਫਾਇਡ ਬੇਸਿਕਲੀ ਮਨੁੱਖੀ ਮਲ ਮੂਤਰ ਤੋਂ ਹੁੰਦਾ, ਅਤੇ ਮਨੁੱਖੀ ਮਲ ਮੂਤਰ ਵਾਲੀਆਂ ਬਿਮਾਰੀਆਂ ਬਹੁਤ ਘੱਟ ਰਹੀਆਂ ਹੁਣ, ਕਿਉਂਕਿ ਮੁੱਖੀ ਮਲ ਮੂਤਰ ਹੁਣ ਕਲੋਜ਼ ਹੋ ਗਿਆ। ਪਹਿਲਾਂ ਓਪਨ ਜਿਹੜਾ ਹੁੰਦਾ ਸੀਗਾ ਲੈਟਰਿਨ ਸਿਸਟਮ ਸੀਗਾ, ਚੁੱਲ੍ਹਾ ਸਿਸਟਮ, ਉਹਦੇ ਤੋਂ ਮੱਖੀਆਂ ਭਿਣਾਈ ਜਾਂਦੀਆਂ ਹੁੰਦੀਆਂ ਸੀਗੀਆਂ, ਉਦੋਂ ਲੈਟਰਿਨ 'ਤੇ ਬੈਠੀ ਜਾਂਦੀ ਸੀ, ਉਦੋਂ ਖਾਣੇ 'ਤੇ ਬੈਠੀ ਜਾਂਦੀ ਸੀ। ਉਦੋਂ ਇਹ ਗੱਲਾਂ ਜਿਹੜੀਆਂ ਟੱਟੀਆਂ ਉਲਟੀਆਂ ਲੱਗਣੀਆਂ ਜਾਂ ਟਾਈਫਾਇਡ ਫੀਵਰ ਹੋਣਾ ਜਾਂ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਜਾਂ ਜਿਹੜਾ ਸੀਗਾ ਪੀਲੀਆ ਇਹ ਅਤੇ ਈ ਹੋਣਾ ਉਹ ਜ਼ਿਆਦਾ ਕਾਮਨ ਸੀਗਾ। ਅੱਜ ਕੱਲ੍ਹ ਹੁਣ ਇਹ ਘੱਟ ਨੇ, ਘੱਟ ਇਸ ਕਰਕੇ ਨੇ ਕਿ ਉਹ ਜਿਹੜਾ ਲੈਟਰਿਨ ਸਿਸਟਮ ਹੈ ਸਾਡੇ ਕੋਲ, ਹਾਈਜੈਨਿਕ ਸਿਸਟਮ ਤਕਰੀਬਨ ਹੈਗਾ ਲੋਕਾਂ ਕੋਲ ਘਰਾਂ 'ਚ, ਅਤੇ ਉਹ ਹਿਊਮਨ ਲੈਟਰਿਨ ਜਿਹੜੀ ਉਹ ਖੁੱਲ੍ਹੀ ਹੈ ਨਹੀਂ ਗੀ। ਉਹ ਸਮੱਸਿਆ ਨਹੀਂ ਹੈ ਹੁਣ ਕਿ ਵੀ ਇੱਕ ਪਾਸੇ ਮੱਖੀਆਂ ਲੈਟਰਿਨ 'ਤੇ ਬੈਠਣਗੀਆਂ, ਦੂਜੇ ਪਾਸੇ ਤੁਹਾਡੇ ਖਾਣੇ 'ਤੇ ਬੈਠਣਗੀਆਂ। ਤਾਂ ਉਸ ਕਰਕੇ ਟਾਈਫਾਇਡ ਫੀਵਰ ਵੈਸੇ ਬਹੁਤ ਘੱਟ ਹੋ ਰਿਹਾ, ਇਸ ਕਰਕੇ ਟਾਈਫਾਇਡ ਫੀਵਰ ਤੋਂ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ। ਅਤੇ ਅੱਜ ਕੱਲ੍ਹ ਬਹੁਤ ਜਿਹੜੇ ਫੀਵਰ ਨੇ ਉਹ ਵਾਇਰਲ ਨੇ, ਇਹ 'ਚ ਕੁਛ ਵੀ ਟੈਸਟ ਕਰਾਉਣ ਦੀ ਲੋੜ ਨਹੀਂ ਹੈ। ਉਹ ਵਾਇਰਲ ਫਲੂ ਲਾਈਕ ਸਿੰਪਟਮ ਅਲੱਗ ਹੁੰਦੇ ਆ। ਕਿਸੇ ਵਾਇਰਸ ਦੇ ਵਿੱਚ ਤਾਂ ਨਜ਼ਲਾ ਜ਼ੁਕਾਮ ਜ਼ਿਆਦਾ ਹੁੰਦਾ ਹੈ, ਕਿਸੇ 'ਚ ਖਾਂਸੀ ਜ਼ਿਆਦਾ ਹੁੰਦੀ ਹੈ, ਕਿਸੇ 'ਚ ਦੋਨੋਂ ਨਹੀਂ ਹੁੰਦੇ।
ਬਸ ਬੁਖਾਰ ਹੀ ਹੁੰਦਾ, ਥੋੜ੍ਹਾ ਬਹੁਤਾ ਪੇਟ ਖਰਾਬ ਹੋ ਜਾਂਦਾ, ਤਾਂ ਇਹ ਵਾਇਰਸਿਸ ਅਲੱਗ-ਅਲੱਗ ਕਿਸਮ ਦੀਆਂ ਹੈਗੀਆਂ ਨੇ। ਤੇ ਜੇ ਵਾਇਰਲ ਫੀਵਰ ਹੈ ਤਾਂ ਸੈਲਫ ਲਿਮਿਟਿੰਗ ਹੁੰਦੇ ਆ, ਉਹਦੇ ਅੰਦਰ ਕਿਸੇ ਨੇ ਕੁਛ ਨਹੀਂ ਕਰਨਾ। ਉਹਦੇ ਅੰਦਰ ਤਾਂ ਜੇ ਵਾਇਰਲ ਫੀਵਰ ਦੇ ਅੰਦਰ ਐਲੋਪੈਥੀ ਦੇ ਅੰਦਰ ਕੋਈ ਦਵਾਈ ਨਹੀਂ ਹੈ, ਤੇ ਇਸ ਕਰਕੇ ਉਹਨੂੰ ਉਹਨਾਂ ਬਾਹਲੇ ਰੈਸਟ ਰੁਸਟ ਕਰਵਾਉਣ ਦੀ ਕੋਈ ਲੋੜ ਨਹੀਂ ਹੈ ਬਹੁਤੀ। ਤਾਂ ਉਹਦਾ ਜੇ ਤੈਨੂੰ ਸ਼ੱਕ ਪੈ ਰਿਹਾ ਵੀ ਵਾਇਰਲ ਫੀਵਰ ਹੀ ਹੈ, ਮੈਂ ਜਦ ਉਹ ਪਤਾ ਲੱਗ ਜਾਂਦਾ, ਜੇ ਘਰ 'ਚ ਇੱਕ ਤੋਂ ਵੱਧ ਬੰਦੇ ਨੂੰ ਹੋ ਰਿਹਾ ਤਾਂ ਸਮਝੋ ਵਾਇਰਲ ਹੈ। ਜਾਂ ਤੁਹਾਡੇ ਆਂਢ ਗੁਆਂਢ, ਤੁਹਾਡੇ ਦਫ਼ਤਰ 'ਚ ਕਿਸੇ ਨੂੰ ਸੀਗਾ, ਤੁਹਾਡੇ ਜਿਹੜੇ ਨਾਲ ਪੜੋਸੀ ਬੈਠਦਾ ਜਿਹੜਾ ਬੰਦਾ ਤੁਹਾਡੀ ਕੁਰਸੀ ਦੇ ਨਾਲ ਉਹਨੂੰ ਸੀਗਾ, ਤੁਹਾਨੂੰ ਹੋ ਗਿਆ ਤਾਂ ਸਮਝ ਲਓ ਵੀ ਫਲੂ ਹੋ ਗਿਆ, ਕੋਈ ਗੱਲ ਨਹੀਂ, ਆਪੇ ਹਟ ਜਾਏਗਾ 2-4 ਦਿਨਾਂ 'ਚ। ਉਹਦੇ ਲਈ ਦੇਸੀ ਟੋਟਕੇ ਉਹ ਜ਼ਿਆਦਾ ਕਾਰਗਰ ਨੇ ਬਜਾਏ ਇਸ ਗੱਲ ਦੇ। ਤਾਂ ਇਹ ਟੈਸਟਾਂ ਟੁਸਟਾਂ ਜਦੋਂ ਹੀ ਪੈਣਾ ਚਾਹੀਦਾ ਜਦੋਂ ਬੰਦੇ ਨੂੰ ਇਹ ਲੱਗੇ ਕਿ ਮੇਰੀ ਸਿਹਤ ਨੂੰ ਕੋਈ ਲੰਬੇ ਸਮੇਂ 'ਚ ਕੋਈ ਜਿਹੜਾ ਹੈਗਾ ਉਹ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਆ। ਨਹੀਂ ਤਾਂ ਜਲਦੀ ਟੈਸਟਾਂ ਟੁਸਟਾਂ ਚੱਕਰ 'ਚ ਪੈਣ ਦੀ ਜ਼ਰੂਰਤ ਨਹੀਂ ਹੁੰਦੀ। ਜੇ ਤੁਸੀਂ ਆਪਣੀ ਬਾਡੀ ਪ੍ਰਤੀ ਸੈਂਸਿਟਿਵ ਹੋ ਤਾਂ ਤੁਹਾਡੀ ਕੋਈ ਨਾ ਕੋਈ ਇੰਡੀਕੇਸ਼ਨ ਜ਼ਰੂਰ ਆ ਜਾਏਗੀ। ਡਾਕਟਰ ਸਾਹਿਬ, ਇੱਕ ਜਿਹੜਾ ਅਕਸਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਲਿਸਟ ਵਾਇਰਲ ਹੁੰਦੀ ਹੈ ਕਿ ਹਿਊਮਨ ਬਾਡੀ ਦੇ ਲਈ ਆਹ ਚੀਜ਼ਾਂ ਜਿਹੜੀਆਂ ਨੇ ਟੈਸਟ ਜਿਹੜੇ ਨਾਮ ਦਿੱਤੇ ਹੁੰਦੇ ਨੇ, ਉਹਦੇ ਅੱਗੇ ਦਿੱਤਾ ਹੁੰਦਾ ਵੀ ਇੰਨਾ ਹੋਵੇ ਤੇ ਇਹ ਜਿਹੜਾ ਨਾਰਮਲ ਹੈਗਾ, ਉਹਦਾ ਕ੍ਰਾਈਟੀਰੀਆ ਦਿੱਤਾ ਹੁੰਦਾ, ਇੰਨਾ ਹੋਵੇ ਤੇ ਇਹ ਨਾਰਮਲ ਹੈਗਾ, ਇਸ ਤੋਂ ਵਧੇ ਤੇ ਇਸ ਤੋਂ ਘਟੇ ਤਾਂ ਇਹਦੇ 'ਚ ਨੁਕਸਾਨ ਹੈ ਜਾਂ ਇਹ ਤੁਹਾਨੂੰ ਉਹਦੇ 'ਚ ਆ ਜਾਂਦਾ। ਅਤੇ ਉਹਨੂੰ ਦੇਖ ਕੇ ਜਿਹੜਾ ਉਹ ਲੋਕ ਆਪਣੇ ਲੈਵਲ ਦੇ ਉੱਤੇ ਟੈਸਟ ਕਰਾਉਂਦੇ ਨੇ, ਅਤੇ ਉਹਨੂੰ ਦੇਖ ਕੇ ਹੀ ਜਿਹੜਾ ਉਹਦੇ ਤੋਂ ਆਪਣੀ ਬਿਮਾਰੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਠੀਕ ਹੈ, ਲੇਕਿਨ ਕੁਛ ਟੈਸਟ ਜਿਹੜੇ ਨਾ ਜਿੱਦਾਂ ਇਹ ਕੋਲੈਸਟਰੋਲ ਬਾਰੇ ਬਹੁਤ ਫੈਸ਼ਨ ਬਣ ਗਿਆ ਵੀ ਜਿਹੜੀ ਲਾਈਪਿਡ ਪ੍ਰੋਫਾਈਲ ਕਰਾਓ ਜੀ, ਜਣਾ ਖਾਣਾ ਲਾਈਪਿਡ ਪ੍ਰੋਫਾਈਲ ਕਰਾ ਕੇ ਫਿਰਦਾ। ਹੁਣ ਲਾਈਪਿਡ ਪ੍ਰੋਫਾਈਲ ਤੁਸੀਂ ਕਰਾਈ ਨਹੀਂ ਤਾਂ ਤੁਸੀਂ ਸਟੈਟਨ ਦੇ ਚੱਕਰ 'ਚ ਫਸੇ ਨਹੀਂ। ਤੁਸੀਂ ਡਾਕਟਰ ਕੋਲ ਜਾਓਗੇ, ਡਾਕਟਰ ਕਹਿਣਾ ਜੀ ਕੋਲ ਜਾਂ ਤਾਂ ਇੱਕ ਤਰ੍ਹਾਂ ਦੀ ਕੋਲੈਸਟਰੋਲ ਜ਼ਿਆਦਾ, ਜਾਂ ਦੂਜੀ ਤਰ੍ਹਾਂ ਦੀ ਜ਼ਿਆਦਾ, ਜਾਂ TG ਜ਼ਿਆਦਾ, ਜਾਂ LDL ਜ਼ਿਆਦਾ, ਕੁਛ ਨਾ ਕਿਸੇ ਪਾਸੋਂ ਟਰੈਪ 'ਚ ਫਸ ਜਾਓਗੇ। ਹਾਲਾਂਕਿ ਬੜਾ ਸਪਸ਼ਟ ਰੂਪ 'ਚ ਆ ਚੁੱਕਿਆ ਕਿ ਕੋਲੈਸਟਰੋਲ ਹਾਈ ਹੋਣਾ ਜਿਹੜਾ ਕੋਈ ਖਾਸ ਗੱਲ ਨਹੀਂ ਹੈ। ਬਾਡੀ ਨੂੰ ਕੋਲੈਸਟਰੋਲ ਚਾਹੀਦੀ ਹੁੰਦੀ ਹੈ, ਕੋਲੈਸਟਰੋਲ ਤੋਂ ਚਿੰਤਾ ਕਰਨ ਦੀ ਲੋੜ ਨਹੀਂ। ਹੁਣ ਇਹ ਰਿਸਰਚ ਜਿਹੜੀ ਹੈ ਇਹ ਪਿਛਲੇ 10 ਸਾਲ ਤੋਂ 15 ਸਾਲ ਤੋਂ ਬੜੇ ਆ ਚੁੱਕੀ, ਲੇਕਿਨ ਉਹ ਪੁਰਾਣੀ ਇੱਕ ਬਣੀ ਹੋਈ 45 ਸਾਲ ਦਾ ਝੂਠ ਸੀਗਾ, ਉਹ ਲੋਕਾਂ ਦੇ ਮਨ 'ਚ ਫਸਿਆ ਹੋਇਆ ਕਿ ਨਾ ਜੀ ਸਾਡੀ ਕੋਲੈਸਟਰੋਲ ਜ਼ਿਆਦਾ। ਤਾਂ ਕੋਲੈਸਟਰੋਲ ਵਾਲਾ ਮੁੱਦਾ ਇੱਕ ਕੋਲੈਸਟਰੋਲ ਦੇ ਟੈਸਟ ਬਾਰ-ਬਾਰ ਕਰਾਉਣੇ ਛੱਡਣੇ ਚਾਹੀਦੇ ਆ। ਲੋਕ 2-3 ਮਹੀਨੇ ਬਾਅਦ ਕੋਲੈਸਟਰੋਲ ਕਰਾਈ ਜਾਂਦੇ, ਹੁਣ ਅਜੇ ਵੀ ਠੀਕ ਨਹੀਂ ਹੋਇਆ ਜੀ, ਅਜੇ ਵੀ ਠੀਕ। ਉਹ ਕੋਈ ਅਸੀਂ ਚਿੰਤਾ ਦੀ ਲੋੜ ਨਹੀਂ। ਜੇ ਡਾਇਟ ਠੀਕ ਕਰੋਗੇ, ਐਕਸਰਸਾਈਜ਼ ਕਰੋਗੇ ਤਾਂ ਕੋਲੈਸਟਰੋਲ ਠੀਕ ਹੋ ਜਾਏਗਾ। ਨਹੀਂ ਵੀ ਹੋਇਆ ਤਾਂ ਵੀ ਤੁਹਾਨੂੰ ਉਹਦੇ ਨਾਲ ਕੋਈ ਥ੍ਰੈਟ ਨਹੀਂ ਹੈ। ਕੋਲੈਸਟਰੋਲ ਕੋਈ ਥ੍ਰੈਟ ਨਹੀਂ ਹੈ। ਸੋ ਕੋਲੈਸਟਰੋਲ ਟੈਸਟ ਅਸੀਂ ਬਹੁਤ ਹੀ ਫਾਲਤੂ ਜੀ ਐਵੇਂ ਕਰਾ ਰਹੇ ਹਾਂ ਜਾਂ ਅਸੀਂ ਕਰਾਈ ਜਾਂਦੇ ਹਾਂ। ਇਸੇ ਤਰ੍ਹਾਂ ਲੋਕ ਜਿਹੜੇ ਲਿਵਰ ਦੇ ਟੈਸਟ ਕਰਾਈ ਜਾਂਦੇ ਆ ਜਾਂ ਕਿਡਨੀ ਦੇ ਟੈਸਟ ਬਾਰ-ਬਾਰ ਕਰਾਈ ਜਾਂਦੇ ਆ ਬਿਨਾਂ ਮਤਲਬ ਦੇ। ਹਾਂ, ਕਿਡਨੀ ਦਾ ਟੈਸਟ ਤੁਸੀਂ ਇੱਕ ਵਾਰੀ ਕਰਾ ਲਏ, ਮੰਨ ਲਓ ਬਹੁਤਾ ਯੂਰਿਕ ਐਸਿਡ ਹੈ, ਹੈਲਦੀ ਬੰਦੇ ਨੂੰ ਜੇਕਰ ਕਰਾਉਣ ਦੀ ਲੋੜ ਹੈ, ਯੂਰਿਕ ਐਸਿਡ ਕਰਾਉਣ ਦੀ ਲੋੜ ਹੈ, ਕਿਉਂਕਿ ਯੂਰਿਕ ਐਸਿਡ ਜਿਹੜਾ ਇਹ ਪਿਛਲੇ ਸਮੇਂ 'ਚ ਬਹੁਤ ਵੱਧ ਰਿਹਾ। ਅਤੇ ਉਹਦੇ 'ਚ ਟੋਟਲ ਸਾਰੇ ਕਿਡਨੀ ਫੰਕਸ਼ਨ ਟੈਸਟ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਪਹਿਲਾਂ ਤੁਸੀਂ ਯੂਰਿਕ ਐਸਿਡ ਕਰਾਓ, ਅਤੇ ਯੂਰਿਕ ਐਸਿਡ ਜੇ ਅਗਰ ਇੱਕ ਵਾਰੀ ਕਰਾ ਲਿਆ ਤੁਸੀਂ ਤਾਂ ਫਿਰ ਉਹ 3-4-5 ਮਹੀਨੇ ਬਾਅਦ ਦੁਬਾਰਾ ਕਰਾਉਣ ਦੀ ਲੋੜ ਹੈ, ਜਦੋਂ ਤੁਸੀਂ ਉਹਦੀ ਡਾਇਟ ਬਦਲ ਲਈ ਹੈ ਜਾਂ ਕੋਈ ਦਵਾਈ ਖਾ ਰਹੇ ਹੋ ਬਾਰ-ਬਾਰ। ਬਾਡੀ ਅੰਦਰ ਕੋਈ ਅਲਾਮਤ ਆਈ ਹੈ, ਪਤਾ ਲੱਗੇ ਵੀ ਦਰਦ ਹੋ, ਨਹੀਂ, ਯੂਰਿਕ ਐਸਿਡ ਦਾ ਖਿਆਲ ਰੱਖਣਾ ਚਾਹੀਦਾ। ਯੂਰਿਕ ਐਸਿਡ ਦਾ ਅੱਛਾ ਟੈਸਟ ਹੈ। ਯੂਰਿਕ ਐਸਿਡ ਦਾ ਖਿਆਲ ਇਸ ਕਰਕੇ ਰੱਖਣਾ ਚਾਹੀਦਾ ਕਿ ਯੂਰਿਕ ਐਸਿਡ ਅਲਾਮਤ ਨਾ ਵੀ ਆਵੇ ਨਾ, ਤਾਂ ਵੀ ਇਹ ਕੋਈ ਨਾ ਕੋਈ ਮਾੜਾ ਮੋਟਾ ਹਲਕੀਆਂ ਅਲਾਮਤਾਂ ਜਿਹੜੀਆਂ ਕਿ ਯੂਰਿਕ ਐਸਿਡ ਕਰ ਸਕਦਾ। ਤੁਹਾਨੂੰ ਮਸਲ ਪੇਨ ਹੋ ਸਕਦੀ ਹੈ, ਤੁਹਾਡੀ ਬਾਡੀ ਐਕਸ ਹੋ ਸਕਦੀਆਂ ਹੈ, ਗਰਦਨ ਦੁਖੀ, ਪਿੱਠ ਦੁਖੀ, ਇਹੋ ਜਿਹਾ ਕੁਛ। ਤਾਂ ਉਸ ਤੋਂ ਬਹੁਤ ਜਿਹੜੇ ਦਰਦਾਂ ਨੇ ਉਹਦੇ ਵਾਸਤੇ ਬਹੁਤ ਸੀਰੀਅਸ ਲੈਵਲ ਤੱਕ ਵੀ ਹੋ ਸਕਦੀ ਹੈ। ਜੇ ਹੁਣ ਆਮ ਤੌਰ 'ਤੇ 6 ਨੂੰ ਕੱਟ ਆਫ ਡੇਟ ਲੈ ਲੈਂਦੇ ਆ ਜਾਂ ਕੱਟ ਆਫ ਲੈਵਲ ਲੈ ਲੈਂਦੇ ਆ, ਲੇਕਿਨ ਮੈਂ ਸਮਝਦਾ ਕਿ 6 ਤੋਂ ਵੀ ਥੱਲੇ ਅਲਰਟ ਹੋ ਜਾਣਾ ਚਾਹੀਦਾ। 5.5 ਤੋਂ ਬਾਅਦ ਹੀ ਅਲਰਟ ਹੋ ਜਾਣਾ ਚਾਹੀਦਾ ਕਿ ਯੂਰਿਕ ਐਸਿਡ ਜਿਹੜਾ ਹੈ ਇਹ ਕਾਫੀ ਜ਼ਿਆਦਾ ਬਦਨਾਮ ਹੈ ਜਾਂ ਕਾਫੀ ਜ਼ਿਆਦਾ ਹਾਰਮ ਕਰਨ ਦੀ ਸਮਰੱਥਾ ਰੱਖਦਾ। ਤਾਂ ਯੂਰਿਕ ਐਸਿਡ ਬਾਰੇ ਜ਼ਰੂਰ ਚੇਤਨ ਹੋ ਜਾਣਾ ਚਾਹੀਦਾ। ਇਸੇ ਤਰ੍ਹਾਂ ਬੰਦੇ ਨੂੰ ਜਿਹੜੀ ਉਹਦੇ CBC 'ਚ ਹੀਮੋਗਲੋਬਿਨ ਹੈ, ਬੰਦੇ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਹੀਮੋਗਲੋਬਿਨ ਲੈਵਲ ਕੀ ਹੈ। ਜੇ ਹੀਮੋਗਲੋਬਿਨ ਲੈਵਲ ਬੰਦੇ ਦਾ ਘੱਟ ਹੈ ਤਾਂ ਫਿਰ ਥੋੜ੍ਹਾ ਜਿਹਾ ਚੇਤਨ ਹੋਣਾ ਚਾਹੀਦਾ, ਕਿਉਂਕਿ ਉਹਦੀਆਂ ਜਿਹੜੀਆਂ ਅਲਾਮਤਾਂ ਨੇ ਉਹ ਜਿਹੜੀਆਂ ਨੇ ਬਹੁਤ ਹੀ ਸੂਖਸ਼ਮ ਜੀਆਂ ਨੇ ਕਿ ਬੰਦਾ ਥੱਕਿਆ ਰਹੂਗਾ, ਜਲਦੀ ਥੱਕ ਜਾਊਗਾ। ਉਹ ਜਦੋਂ HB ਘੱਟ ਆ ਰਿਹਾ ਤਾਂ ਫਿਰ ਤੁਹਾਨੂੰ ਉਸ ਤੋਂ ਬਾਅਦ ਅਗਲੇ ਟੈਸਟ ਕਰਾਉਣ ਦੀ ਲੋੜ ਹੈ ਕਿ HB ਦੇ ਘੱਟ ਆਉਣ ਦਾ ਕਾਰਨ ਕੀ ਹੈ। ਸੋ ਉਹ ਪਹਿਲਾਂ HB ਜ਼ਰੂਰ ਟੈਸਟ ਕਰਵਾ ਲਓ। HB ਬੜਾ ਸਿੰਪਲ ਜਿਹਾ ਟੈਸਟ। ਬਲੱਡ ਗਰੁੱਪ ਦਾ ਵੀ ਪਤਾ ਹੋਣਾ ਚਾਹੀਦਾ। ਹਾਂ, ਬਲੱਡ ਗਰੁੱਪ ਤਾਂ ਚਲੋ ਖੈਰ ਵੈਸੇ ਪਤਾ ਹੋਣਾ ਚਾਹੀਦਾ ਬੰਦੇ ਨੂੰ, ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ। ਕੱਲ੍ਹ ਨੂੰ ਤੁਹਾਨੂੰ ਬਲੱਡ ਦੀ ਲੋੜ ਪੈ ਸਕਦੀ ਹੈ, ਦੇਣ ਵਾਸਤੇ ਵੀ ਅਤੇ ਲੈਣ ਵਾਸਤੇ ਵੀ, ਉਹਦਾ ਵੈਸੇ ਵੀ ਪਤਾ ਹੋਣਾ ਚਾਹੀਦਾ। ਦੂਜੀ ਗੱਲ, ਯੂਰਨ ਬੜਾ ਫਰੀਕੁਐਂਟਲੀ ਇਹ 2 ਟੈਸਟ ਨੇ, HB ਹੀਮੋਗਲੋਬਿਨ ਅਤੇ ਯੂਰਨ ਕੰਪਲੀਟ। ਯੂਰਨ ਕੰਪਲੀਟ ਜਿਹੜਾ ਉਹ ਤੁਹਾਨੂੰ ਇੰਡੀਕੇਸ਼ਨ ਦੇ ਜਾਂਦਾ ਕੁਛ ਨਾ ਕੁਛ, ਜੇ ਤੁਹਾਡੀ ਬਾਡੀ 'ਚ ਕੋਈ ਗੁਰਦੇ ਦੇ ਨਾਲ ਰਿਲੇਟਡ ਹੈ ਜਾਂ ਸ਼ੂਗਰ ਜ਼ਿਆਦਾ ਹੈ ਜਾਂ ਕੋਈ ਇੱਦਾਂ ਦੀ ਅਲਾਮਤ ਹੈ, ਤਾਂ ਸਿੰਪਲ ਜਿਹੇ ਟੈਸਟ ਨੇ। ਹਾਂ, ਤਾਂ ਸਿੰਪਲ ਟੈਸਟ ਜਿਹੜੇ ਨੇ ਉਹ ਜ਼ਿਆਦਾ ਪ੍ਰੈਫਰ ਕਰਨੇ ਚਾਹੀਦੇ ਆ। ਇਸ ਕਰਕੇ ਟੈਸਟਾਂ ਪ੍ਰਤੀ ਬਹੁਤ ਜ਼ਿਆਦਾ ਨੈਗੇਟਿਵ ਅਪਰੋਚ ਨਹੀਂ ਰੱਖਣੀ ਚਾਹੀਦੀ।
ਟੈਸਟ ਕਰਵਾਉਣੇ ਇੱਕ ਲੈਵਲ 'ਤੇ ਚੰਗੀ ਗੱਲ ਹੈ, ਕਿਉਂਕਿ ਜੇ ਟੈਸਟ ਕਰਵਾ ਕੇ ਆਪਾਂ ਦਵਾਈ ਖਾਵਾਂਗੇ ਤਾਂ ਦਵਾਈਆਂ ਘੱਟ ਖਾਣੀਆਂ ਪੈਣਗੀਆਂ। ਲੇਕਿਨ ਜੇ ਟੈਸਟ ਕਰਾਏ ਬਿਨਾਂ ਆਪਾਂ ਅੰਦਾਜ਼ੇ ਨਾਲ ਦਵਾਈ ਖਾਵਾਂਗੇ ਤਾਂ ਦਵਾਈਆਂ ਵੱਧ ਖਾਵਾਂਗੇ, ਉਹ ਡਬਲ ਨੁਕਸਾਨ ਹੋਏਗਾ। ਪਰ ਦੂਜੀ ਗੱਲ ਨਾਲ ਧਿਆਨ ਰੱਖਣਾ ਚਾਹੀਦਾ ਕਿ ਸਿਆਣਪ ਨਾਲ ਕਰਾਓ ਹਮੇਸ਼ਾ, ਕਦੀ ਫालतू ਪੈਸੇ ਵੇਸਟ ਨਾ ਕਰੋ। ਬਹੁਤ ਲੋਕ ਨੇ ਬਹੁਤ ਪੈਸਾ ਵੇਸਟ ਕਰਦੇ ਆ। ਅਤੇ ਫਿਰ ਜੇ ਕੋਈ ਲੈਬੋਰਟਰੀ ਵਾਲਾ ਦੋਸਤ ਹੈ ਤਾਂ ਲੈਬੋਰਟਰੀ ਵਾਲਾ ਕੋਲ ਸਿੱਧਾ ਜਾ ਕੇ ਕਰਾਓ, ਉਹ ਤੁਹਾਨੂੰ ਕੋਈ 30-40% 50% ਘੱਟ 'ਤੇ ਕਰੂਗਾ, ਕੰਸੈਸ਼ਨ ਵੀ ਦੇ ਦੇਗਾ। ਅਤੇ ਇਸ ਕਰਕੇ ਪਹਿਲਾਂ ਜਾ ਕੇ ਕਰਵਾ ਲਓ। ਜੇ ਕੋਈ ਨੁਕਸ ਹੈ ਤਾਂ ਫਿਰ ਡਾਕਟਰ ਕੋਲ ਜਾਓ, ਅਤੇ ਨਹੀਂ ਤਾਂ ਫਿਰ ਜੇ ਸਿੱਧਾ ਡਾਕਟਰ ਕੋਲ ਜਾਓਗੇ ਤਾਂ ਪਹਿਲੀ ਗੱਲ ਤਾਂ ਜਿਹੜਾ ਖਰਚਾ ਵੀ ਜ਼ਿਆਦਾ ਹੋਊਗਾ। ਦੂਜੀ ਗੱਲ ਇਹ ਉਹਦੇ ਅੰਦਰ ਦਵਾਈ ਸ਼ੁਰੂ ਹੋਣ ਦੀ ਸੰਭਾਵਨਾ ਵੀ ਬਹੁਤ ਹੈ, ਔਰ ਦਵਾਈ ਫਿਰ ਜਦੋਂ ਸ਼ੁਰੂ ਹੁੰਦੀ ਹੈ ਤਾਂ ਫਿਰ ਉਹ ਮਤਲਬ ਆਪਣੀਆਂ ਪ੍ਰੋਬਲਮ ਜੋ ਦਵਾਈਆਂ ਦੀਆਂ ਵੀ ਹੈਗੀਆਂ ਨੇ। ਸੋ ਇੱਦਾਂ ਮੈਂ ਸਮਝਦਾ ਕਿ ਟੈਸਟਾਂ ਦਾ ਜਿਹੜਾ ਮਸਲਾ ਹੈ ਇਹ ਕਾਫੀ ਸਿਆਣਪ ਮੰਗਦਾ ਹੈ। ਜੇ ਤੁਸੀਂ ਤੁਹਾਡੇ ਕੋਲ ਵਿਅਕਤੀਗਤ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਕਿਸੇ ਆਪਣੇ ਆਲੇ ਦੁਆਲੇ ਦੋਸਤ ਮਿੱਤਰ ਜਿਹੜੇ ਸਿਆਣੇ ਤੁਹਾਡੇ ਤੋਂ ਜ਼ਿਆਦਾ ਨੇ, ਕੋਈ ਹੈਲਥ ਡਿਪਾਰਟਮੈਂਟ ਦਾ ਬੰਦਾ ਹੈ, ਕੋਈ ਡਾਕਟਰ ਹੈ, ਕੋਈ ਤੁਹਾਨੂੰ ਜਾਣਦਾ, ਕੋਈ ਦੋਸਤ ਹੈ ਤੁਹਾਡਾ ਹੋਮੋਪੈਥੀ ਵਾਲਾ, ਕੋਈ ਆਯੁਰਵੈਦਿਕ ਵਾਲਾ, ਤਾਂ ਉਹਦੀ ਸਲਾਹ ਲੈ ਲਓ ਤਾਂ ਕਿ ਤੁਸੀਂ ਟੈਸਟ ਦੋਨੋਂ ਪਾਸੇ ਦੀ ਗਲਤੀ ਨਾ ਹੋਵੇ ਕਿ ਫालतू ਟੈਸਟ ਕਰਾ ਕੇ ਫालतू ਪੈਸੇ ਵੀ ਵੇਸਟ ਨਾ ਕਰੋ, ਅਤੇ ਉਹ ਵੀ ਨਾ ਹੋਵੇ ਵੀ ਤੁਸੀਂ ਟੈਸਟ ਨਹੀਂ ਕਰਾ ਰਹੇ ਅਤੇ ਤੁਹਾਨੂੰ ਕੱਲ੍ਹ ਨੂੰ ਬਿਮਾਰੀ ਕੋਈ ਜਿਹੜੀ ਜ਼ਿਆਦਾ ਵੱਧ ਜਾਵੇ। ਇਸ ਕਰਕੇ ਟੈਸਟਾਂ ਪ੍ਰਤੀ ਅਪਰੋਚ ਜਿਹੜੀ ਹੈ ਬਹੁਤ ਹੀ ਸੰਤੁਲਿਤ ਰੱਖਣੀ ਚਾਹੀਦੀ ਹੈ, ਬੈਲੈਂਸ ਰੱਖਣੀ ਚਾਹੀਦੀ ਹੈ। ਮਾਰਕੀਟ ਦੇ ਅੰਦਰ ਜਿਹੜੀਆਂ ਵਪਾਰਕ ਜਿਹੜੇ ਲੋਕ ਬੈਠੇ ਆ ਉਹਨਾਂ ਦੇ ਐਕਸਪਲੋਇਟੇਸ਼ਨ ਤੋਂ ਬਚਣਾ ਚਾਹੀਦਾ। ਜਿੰਨੇ ਵੱਡੇ ਹਸਪਤਾਲ ਨੇ ਉੱਥੋਂ ਟੈਸਟ ਕਰਾਉਣ ਦੀ ਬਜਾਏ ਜਿਹੜੇ ਕੋਈ ਲੈਬੋਰਟਰੀਆਂ ਖੁੱਲ੍ਹੀਆਂ ਹੋਈਆਂ ਨੇ, ਜੇ ਸਰਕਾਰੀ ਹਸਪਤਾਲਾਂ 'ਚ ਅੱਜ ਕੱਲ੍ਹ ਕਾਫੀ ਟੈਸਟ ਹੋ ਜਾਂਦੇ ਆ। ਜੇ ਤੁਹਾਡੇ ਪੋਸੀਬਲ ਹੋਵੇ ਤਾਂ ਸਰਕਾਰੀ ਹਸਪਤਾਲ 'ਚੋਂ ਕਰਾਓ, ਕਿਉਂਕਿ ਕਾਫੀ ਫ੍ਰੀ ਵੀ ਹੁੰਦੇ ਆ ਜਾਂ ਬਹੁਤ ਸਸਤੇ ਹੋ ਜਾਂਦੇ ਆ। ਜਾਂ ਫਿਰ ਜਿਹੜੇ ਇੰਡੀਵਿਜੂਅਲ ਲੈਬੋਰਟਰੀਆਂ ਵਾਲੇ ਬੈਠੇ ਆ ਉਹ ਰਿਲੇਟਿਵਲੀ ਘੱਟ ਰੇਟ 'ਤੇ ਕਰਦੇ ਆ। ਜੇ ਤੁਸੀਂ ਬਹੁਤ ਵੱਡੀ ਲੈਬੋਰਟਰੀ 'ਚੋਂ ਜਾਂ ਬਹੁਤ ਰਿਪਿਊਟਡ ਲੈਬੋਰਟਰੀ 'ਚੋਂ ਕਰਾਓਗੇ, ਹੁਣ ਲੋਕਾਂ ਨੇ ਇੱਕ ਬਣਾ ਰੱਖਿਆ ਵੀ ਪਰਟੀਕੂਲਰ ਨਾਂ ਮਸ਼ਹੂਰ ਹੋ ਗਏ ਆ, ਫਲਾਣੀ ਲੈਬੋਰਟਰੀ ਦੇ ਇੱਕ ਚੇਨ ਹੈ, ਉਹ ਚੇਨ ਵਾਲੇ ਕੀ ਗਾਂ ਉਹਨਾਂ ਨੇ ਉਹ ਫਰੈਂਚਾਈਜ਼ੀ ਦਿੱਤੀ ਹੋਈ ਹੈ, ਉਹ ਸਿਰਫ ਉਹਨਾਂ ਦਾ ਪੈਡ ਯੂਜ਼ ਕਰਦੇ ਆ, ਟੈਸਟ ਜਿੱਥੋਂ ਕਰਾਉਣੇ ਉੱਥੇ ਕਰਾਉਂਦੇ ਆ, ਤਾਂ ਉਹਦੇ ਨਾਲ ਰੇਟ ਡਬਲ ਹੋ ਜਾਂਦਾ। ਤਾਂ ਉਹ ਜਿਹੜੇ ਇੰਡੀਵਿਜੂਅਲ ਲੈਬੋਰਟਰੀਆਂ ਵਾਲੇ ਬੈਠੇ ਆ ਉਹ ਜ਼ਿਆਦਾ ਬੈਟਰ ਨੇ, ਦੋਸਤਾਨਾ ਵੀ ਹੁੰਦੇ ਆ, ਜਾਣਦੇ ਵੀ ਆ, ਲਿਹਾਜ਼ ਵੀ ਕਰਦੇ ਆ, ਅਤੇ ਜਿਹੜੀ ਹੈ ਉਹ ਉਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਹ ਜ਼ਿਆਦਾ ਬੈਟਰ ਹੈ। ਡਾਕਟਰਾਂ ਕੋਲ ਜਾ ਕੇ ਟੈਸਟ ਕਰਵਾਉਣ 'ਚ ਜਿਹੜੇ ਰਿਸਕ ਨੇ ਉਹ ਇਹੀ ਨੇ ਕਿ ਰੇਟ ਜ਼ਿਆਦਾ ਲੱਗਦਾ, ਕਈ ਵਾਰੀ ਬਿਨਾਂ ਮਤਲਬ ਦੇ ਵੀ ਟੈਸਟ ਕਰਵਾਏ ਜਾਂਦੇ ਆ ਜਿਹੜੇ ਨਹੀਂ ਵੀ ਚਾਹੀਦੇ, ਤਾਂ ਉਹ ਵਰਤਾਰਾ ਕਿਤੇ ਨਾ ਕਿਤੇ ਸਾਰੀ ਗੱਲ ਨੂੰ ਸੰਤੁਲਿਤ ਜੀ ਕਰਕੇ ਬੜੀ ਸਿਆਣਪ ਦੇ ਨਾਲ ਜਿਹੜਾ ਟੈਸਟਾਂ ਦੇ ਮਾਮਲੇ ਚੱਲਣਾ ਚਾਹੀਦਾ। ਡਾਕਟਰ ਸਾਹਿਬ ਜਿਹੜਾ ਆਪ ਨੂੰ ਜਿਹੜੇ ਟੈਸਟ ਕਰਾਉਣ ਜਿਹੜੇ ਲੋਕ ਤੁਰ ਪੈਂਦੇ ਨੇ ਉਹਨਾਂ ਨੂੰ ਜਿਹੜਾ ਮਾਨਸਿਕ ਤੌਰ ਦੇ ਉੱਤੇ ਤਣਾਅ ਵੀ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਮੇਰੇ ਸਰੀਰ ਦੇ ਵਿੱਚ ਆਹ ਅਲਾਮਤ ਹੈ। ਪਤਾ ਹੁੰਦਾ ਨਹੀਂ, ਕਈ ਵਾਰੀ ਉਹਨਾਂ ਨੂੰ ਇਹ ਦਿਖ ਜਾਂਦਾ, ਕੰਪੇਅਰ ਕਰਕੇ ਉਹ ਆਪ ਨੂੰ ਜਿਹੜਾ ਲੱਖਣ ਲਾ ਲੈਂਦਾ ਦਿਮਾਗ ਦੇ ਵਿੱਚੋਂ ਕਿ ਮੈਨੂੰ ਤਾਂ ਆਹ ਹੋ ਗਈ, ਅਤੇ ਉਹ ਮਾਨਸਿਕ ਤੌਰ ਦੇ ਉੱਤੇ ਤਣਾਅ ਵੀ ਜਿਹੜਾ ਇੱਕ ਬਹੁਤ ਵੱਧ ਜਾਂਦਾ, ਉਹਦਾ ਵੀ ਜਿਹੜਾ ਨੁਕਸਾਨ ਹੁੰਦਾ। ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਨਹੀਂ, ਦੇਖੋ ਦੋਨੋਂ ਪਾਸੇ ਹੀ ਹੈ। ਜੇ ਆਪਾਂ ਟੈਸਟ ਨਹੀਂ ਕਰਵਾਵਾਂਗੇ ਅਤੇ ਸਾਡੇ ਮਨ 'ਚ ਆ ਗਿਆ ਕਿ ਮੈਨੂੰ ਕੋਈ ਬਿਮਾਰੀ ਹੈ, ਉਹ ਦੂਜੇ ਪਾਸਾ ਵੀ ਹੋਊਗਾ ਨਾ। ਜੇ ਟੈਸਟ ਮੰਨ ਲਓ ਨਾਰਮਲ ਆ ਜਾਂਦੇ ਸਾਡਾ ਟੈਨਸ਼ਨ ਠੀਕ ਹੋ ਜਾਊਗਾ। ਸੋ ਇਸ ਕਰਕੇ ਇਹ ਦੋ ਧਾਰੀ ਤਲਵਾਰ ਹੀ ਹੈ। ਜੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਵੀ ਆਪਣੇ ਟੈਸਟ ਦੀ ਆਪੇ ਇੰਟਰਪ੍ਰੀਟੇਸ਼ਨ ਕਰੀ ਜਾਂਦੇ ਲੋਕ, ਇਹ ਵੀ ਬਿਲਕੁਲ ਸਹੀ ਹੈ ਕਿ ਆਪਣੇ ਟੈਸਟ ਦੀ ਆਪਣੇ ਕੋਲੈਸਟਰੋਲ ਵਾਲੀ ਗੱਲ ਮੈਂ ਦੱਸ ਰਿਹਾ ਸੀਗਾ। ਹੁਣ ਨਿੱਕੀ ਕੋਲੈਸਟਰੋਲ ਦੀ 10-15 ਵੱਧ ਹੋਵੇ ਤਾਂ ਉਹਦੇ 'ਤੇ ਮੁੜੇ ਹੀ ਹੋਏ ਤਾਂ ਇੱਥੇ ਐਡਾ ਟੈਨਸ਼ਨ ਪਾਇਆ ਹੁੰਦਾ ਵੀ ਮੇਰੀ ਕੋਲੈਸਟਰੋਲ 15 ਵੱਧ ਆ ਗਈ ਜੀ, ਜਦੋਂ ਕਿ ਬੜਾ ਸਪਸ਼ਟ ਰੂਪ 'ਚ ਆ ਗਿਆ ਹੁਣ ਕਿ ਕੋਲੈਸਟਰੋਲ ਵੱਧ ਘੱਟ ਦਾ ਕੋਈ ਜ਼ਿਆਦਾ ਫੰਡਾ ਨਹੀਂ, ਅਨਲੈਸ ਐਂਟਲ ਬਹੁਤ ਹੀ ਸਿਰੇ ਲੱਗੀ ਹੋਵੇ ਕੋਈ ਗੱਲ, ਅਤੇ ਉਹਦੇ 'ਚ ਵੀ ਮਤਲਬ ਸਿੰਪਲ ਟੋਟਲ ਕੋਲੈਸਟਰੋਲ ਕਰਾ ਲਓ, ਵੱਧ ਹੋਇਆ TG ਟ੍ਰਾਈਗਲਿਸਰਾਈਡ ਕਰਾ ਲਓ, ਬਸ ਬਹੁਤ ਹੈ। ਤਾਂ ਉਹ ਵੀ ਇੱਕ ਅੱਧੀ ਵਾਰੀ ਕਰਾ ਲਓ, ਅਤੇ ਜੇ ਤੁਹਾਡਾ ਕੋਈ ਮਾੜਾ ਮੋਟਾ ਉੱਚੇ ਨਹੀਂ ਚਾਹੇਗਾ ਫਿਰ ਬਾਰ-ਬਾਰ ਕਰਾਉਣ ਦੀ ਲੋੜ ਨਹੀਂ ਹੈ। ਜੇ ਐਕਸਟ੍ਰੀਮਲੀ ਜਾਈਏ ਜ਼ਿਆਦਾ ਹੋਣਗੇ ਤਾਂ ਫਿਰ ਵੱਖਰੀ ਗੱਲ ਹੈ। ਸੋ ਇਸ ਕਰਕੇ ਬਹੁਤ ਸਾਰੇ ਟੈਸਟ ਜਿਹੜੇ ਨੇ ਉਹ ਬਾਰ-ਬਾਰ ਕਰਾਉਣ ਦੀ ਲੋੜ ਨਹੀਂ ਹੁੰਦੀ, ਅਤੇ ਕੁਛ ਟੈਸਟ ਜਿਹੜੇ ਨੇ ਪੁਰਾਣੇ ਬਣੇ ਹੋਏ ਆ, ਜਿਵੇਂ ਕੋਲੈਸਟਰੋਲ ਦਾ ਟੈਸਟ ਹੈ, ਇੱਕ ਪੁਰਾਣੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ, ਉਹ ਧਾਰਨਾਵਾਂ ਟੁੱਟ ਚੁੱਕੀਆਂ ਨੇ, ਨਵੀਂ ਵਿਗਿਆਨਕ ਖੋਜਾਂ ਕੀ ਕਹਿੰਦੀਆਂ ਨੇ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਕਿ ਕੋਲੈਸਟਰੋਲ ਬਾਰੇ ਤਾਂ ਹੁਣ ਬਿਲਕੁਲ ਹੀ ਆ ਗਿਆ ਕਿ ਕੋਲੈਸਟਰੋਲ ਵੱਧ ਹੋ ਵੀ ਜਾਵੇ ਤਾਂ ਵੀ ਕੋਈ ਨੁਕਸਾਨ ਨਹੀਂ ਹੈ, ਅਤੇ ਇਸ ਕਰਕੇ ਕੋਲੈਸਟਰੋਲ ਬਾਰੇ ਬਹੁਤੀ ਚਿੰਤਾ ਜਿਹੜੀ ਹੈ ਉਹ ਬੰਦ ਕਰਨੀ ਚਾਹੀਦੀ ਹੈ। ਕੋਲੈਸਟਰੋਲ ਦਾ ਟੈਸਟ ਫालतू ਬਹੁਤ ਹੋ ਰਿਹਾ ਹੈ, ਟਾਈਫਾਇਡ ਦਾ ਟੈਸਟ ਬਹੁਤ ਫालतू ਹੋ ਰਿਹਾ, ਬਿਨਾਂ ਮਤਲਬ ਦੇ ਕਰਵਾਈ ਜਾਂਦੇ ਆ, ਇਹ ਬਹੁਤ ਹੋ ਰਿਹਾ। ਬਾਕੀ ਫੁੱਲ ਬੋਡੀ ਟੈਸਟ ਕਰਾਈ ਜਾਂਦੇ ਲੋਕ, ਅੱਗੇ ਐਡਵਾਂਸ ਟੈਸਟ ਕਰਾਈ ਜਾਂਦੇ ਆ। ਹੁਣ ਜਿਹੜੇ ਐਡਵਾਂਸਡ ਮਹਿੰਗੇ ਟੈਸਟ ਨੇ ਇਹ ਡਾਕਟਰ ਅੱਗੇ ਲਿਖ ਦਿੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਵਪਾਰਕ ਹਿੱਤ ਨੇ, ਲੇਕਿਨ ਉਹ ਐਡਵਾਂਸ ਟੈਸਟ ਤਾਂ ਪਹਿਲਾਂ ਐਡਵਾਂਸ ਟੈਸਟ ਮੰਨ ਲਓ ਤੁਹਾਨੂੰ ਕੋਈ 1000 ਰੁਪਏ ਦਾ ਟੈਸਟ ਲਿਖ ਦਿੰਦਾ। ਹੁਣ ਜਿਵੇਂ ਐਲਰਜੀ ਵਾਲਾ ਟੈਸਟ ਹੈ, ਐਲਰਜੀ ਦਾ ਟੈਸਟ 5000 ਰੁਪਏ ਦਾ, ਕੋਈ 4000 ਰੁਪਏ ਦਾ ਕਰਦਾ। ਐਲਰਜੀ ਵਾਲੇ ਟੈਸਟ ਮੈਂ 50 ਵਾਰੀ ਦੇਖਿਆ ਕਿ ਜਿਨ੍ਹਾਂ ਚੀਜ਼ਾਂ ਤੋਂ ਅਸਲ 'ਚ ਐਲਰਜੀ ਆ ਰਹੀ ਹੈ, ਬੰਦੇ ਨੂੰ ਸਿੰਪਟਮ ਹੋ ਰਹੇ, ਉਹ ਤਾਂ ਐਲਰਜੀ ਚਾਹੁੰਦੇ ਨਹੀਂ, ਜਿਹਨਾਂ ਤੋਂ ਨਹੀਂ ਆ ਰਹੀ ਉਹ ਆ ਜਾਂਦੀ ਹੈ।
ਔਰ ਲੰਬੀ ਸਾਰੀ ਲਿਸਟ ਆ ਜਾਂਦੀ ਹੈ 20-25 ਚੀਜ਼ਾਂ ਦੀ ਵੀ ਆਹ ਨਾ ਖਾਓ, ਆ ਵੀ ਉਹ ਬੰਦਾ ਖਾ ਕੇ ਉਹ ਕਹਿੰਦਾ ਮੈਨੂੰ ਤਾਂ ਕੋਈ ਤਕਲੀਫ ਨਹੀਂ ਹੈ। ਸੋ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਕੋਈ ਟੈਸਟ ਜਿਹੜਾ ਹੈ ਇੱਕ ਫੁੱਲ ਪ੍ਰੂਫ ਨਹੀਂ ਹੈਗੇ। ਹੁਣ ਮੇਰੀ ਉਦਾਹਰਨ ਹੈ, ਫਿਰ ਮੈਨੂੰ ਅੰਡੇ ਤੋਂ ਬਹੁਤ ਸਟਰੋਂਗ ਐਲਰਜੀ ਔਰ ਅੱਜ ਦੀ ਨਹੀਂ ਹੈ, ਪਤਾ ਨਹੀਂ ਸਾਡੇ 40 ਸਾਲ 30 ਸਾਲ ਹੋ ਗਏ, ਲੇਕਿਨ ਮੈਂ ਐਲਰਜੀ ਟੈਸਟ ਕਰਾਇਆ ਅੰਡੇ ਤੋਂ ਉਹ ਐਲਰਜੀ ਨਹੀਂ ਆ ਰਹੀ, ਮੈਨੂੰ ਪੋਜ਼ੀਟਿਵ ਨਹੀਂ ਆ ਰਿਹਾ। ਹੋਰ 50 ਜਦੋਂ ਐਲਰਜੀ ਆ ਗਈ ਜਿਹੜੀ ਮੈਂ ਖਾ ਰਿਹਾ ਕੁਛ ਨਹੀਂ ਹੁੰਦਾ ਮੈਨੂੰ। ਸੋ ਇਸ ਕਰਕੇ ਇੱਦਾਂ ਦੇ ਅਨੇਕਾਂ ਟੈਸਟ ਨੇ। ਹੁਣ ਆਟੋਮਿਊਨ ਡਿਸਆਰਡਰਸ ਨੇ, ਉਹਨਾਂ ਦੇ ਟੈਸਟ ਬਹੁਤ ਪੁਰਾਣੇ, ਲੋਕ ਕੈਂਸਰ ਮਾਰਕਰ ਦੇ ਟੈਸਟ ਕਰਵਾਉਂਦੇ ਆ, ਉਹ ਟੈਸਟ ਬਹੁਤ ਮਹਿੰਗੇ ਆ। ਟੈਸਟ ਉਦੋਂ ਹੀ ਐਡਵਾਂਸ ਕਰਾਉਣਾ ਚਾਹੀਦਾ ਜਦੋਂ ਉਸ ਟੈਸਟ ਨੇ ਤੁਹਾਡੀ ਕੋਈ ਟ੍ਰੀਟਮੈਂਟ ਦੇ ਅੰਦਰ ਕੰਟਰੀਬਿਊਟ ਕਰਨਾ ਹੋਵੇ। ਉਹ ਸ਼ੌਕੀਆ ਟੈਸਟ ਕਰਵਾਉਣ ਦਾ ਕੀ ਫਾਇਦਾ? ਐਡਵਾਂਸ ਟੈਸਟ ਜੇ ਮੈਨੂੰ ਤੁਹਾਨੂੰ ਅੰਦਾਜ਼ਾ ਹੋ ਗਿਆ ਕਿ ਤੁਹਾਨੂੰ ਕੋਈ ਆਟੋਮਿਊਨ ਡਿਸਆਰਡਰ ਚੱਲ ਰਿਹਾ, ਤਾਂ ਤੁਸੀਂ ਉਹਦੀ ਮੈਨੇਜਮੈਂਟ ਕਰੋ। ਕਿ ਮੈਨੇਜਮੈਂਟ ਐਲੋਪੈਥੀ ਤਾਂ ਕੋਈ ਹੈ ਨਹੀਂ ਗਈ, ਕਰਨੀ ਤਾਂ ਡਾਈਟ ਨਾਲ ਹੀ ਆ। ਜਦ ਸਾਰੇ ਅਸੀਂ ਕੋਈ ਟੈਸਟ ਨਹੀਂ ਕਰਵਾਉਂਦੇ, ਸਾਡੇ ਰੋਜ਼ ਕਿੰਨੇ ਮਰੀਜ਼ ਆਉਂਦੇ ਆ, ਅਸੀਂ ਵੱਧ ਤੋਂ ਵੱਧ ਕੀ ਕਰਾਉਂਦੇ ਆ, ਸਾਨੂੰ ਦੇਖਣ ਦੇ ਕਿਤੇ ਪਸਲ ਤਾਂ ਨਹੀਂ ਆ ਰਿਹਾ ਯੂਰਿਨ 'ਚ। ਸਾਡਾ ਇੱਥੋਂ ਜਿਹੜਾ ਟੈਸਟ ਅਸੀਂ ਲਿਖਦੇ ਹਾਂ ਉਹ ਲੈ ਦੇ ਕੇ ਲਿਖਦੇ ਹਾਂ ਯੂਰਿਨ ਕੰਪਲੀਟ ਐਗਜ਼ਾਮੀਨੇਸ਼ਨ ਕਿ ਪਸਲ ਤਾਂ ਨਹੀਂ ਆ ਰਹੇ, ਬਸ ਸਾਨੂੰ ਕੋਈ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਜੇ ਹੋਊਗਾ ਵੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕੋਈ ਤਾਂ ਡਾਈਟ ਦੇ ਨਾਲ ਠੀਕ ਕਰ ਦੇਣਾ। ਤਾਂ ਇਸ ਕਰਕੇ ਟੈਸਟ ਜਿਹੜੇ ਨੇ ਉਹਦੇ 'ਚ ਜਿਹੜੀ ਆਪਣੀ ਕਾਮਨ ਸੈਂਸ ਹੈ ਉਹਨੂੰ ਮੇਨਟੇਨ ਰੱਖਦੇ ਹੋਏ ਨਾ ਤਾਂ ਵੱਧ ਕਰਾਓ ਨਾ ਘੱਟ ਕਰਾਓ, ਨਾ ਆਪੇ ਇੰਟਰਪ੍ਰੇਟ ਕਰੋ, ਨਾ ਜੇ ਡਾਕਟਰ ਦਾ ਨੇ ਤੁਹਾਡੀ ਕੋਈ ਇੰਟਰਪ੍ਰੇਸ਼ਨ ਦੇਤੀ ਤਾਂ ਨਾ ਉਹਨੂੰ ਮੰਨੋ। ਇੱਕ ਡਾਕਟਰ ਨੂੰ ਉਹਦੀ ਮਲਟੀਪਲ ਰਾਏ ਲਓ। ਜਦੋਂ ਤੁਹਾਨੂੰ ਕੋਈ ਇੱਕ ਡਾਕਟਰ ਕਹਿ ਦਿੰਦਾ ਹੈ ਵੀ ਆਹ ਟੈਸਟ ਦੇ ਬੇਸ 'ਤੇ ਤੁਸੀਂ ਆਹ ਮਹਿੰਗੀ ਜੀ ਦਵਾਈ ਖਾ ਲਓ, ਨਾ ਤਾਂ ਉਹ ਖਾਓ ਕਿਉਂਕਿ ਦਵਾਈ ਟੌਕਸਿਕ ਵੀ ਹੋਏਗੀ, ਜਾਂ ਕੋਈ ਸਰਜਰੀ ਕਰਵਾ ਲਓ। ਤਾਂ ਉਹ ਵੀ ਪਹਿਲਾਂ ਸੋਚੋ ਵੀ ਸਰਜਰੀ ਕਰਵਾਉਣ ਤੋਂ ਪਹਿਲਾਂ ਸੋਚੋ ਕਿ ਕੀ ਨੌਨ ਸਰਜੀਕਲ ਤਰੀਕਾ ਕਾਰਗਰ ਹੋ ਸਕਦਾ, ਤਾਂ ਉਹ ਕਰੋ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਜਿਹੜਾ ਜਿੱਦਾਂ ਦਾ ਮਾਹੌਲ ਹੈ ਸਾਡੇ ਸਮਾਜ ਦੇ ਅੰਦਰ, ਜਿਹਦੇ 'ਚ ਵਪਾਰਕ ਹਿੱਤ ਬਹੁਤ ਜ਼ਿਆਦਾ ਅੱਜ ਹਾਲਤ ਇਹ ਹੋਈ ਵੀ ਹੈ ਵੀ ਮੈਂ ਤਾਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਪੰਜਾਬ ਦੇ ਅੰਦਰ ਜੇ ਤੁਸੀਂ ਜੈਨੂਅਨ ਮੈਡੀਕਲ ਐਡਵਾਈਸ ਲੈਣੀ ਹੋਵੇ ਤਾਂ ਇੰਪੋਸੀਬਲ ਹੈ। ਕਾਮਨ ਬੰਦਾ ਕੋਈ ਜੈਨੂਅਨ ਮੈਡੀਕਲ ਐਡਵਾਈਸ ਕਿਤੋਂ ਨਹੀਂ ਲੈ ਸਕਦਾ। ਜਿਹਦੇ ਕੋਲ ਵੀ ਜਾਓਗੇ ਤੁਸੀਂ ਉਹ ਆਪਣੇ ਹਿਸਾਬ ਨਾਲ ਤੁਹਾਡੀ ਇੰਟਰਪ੍ਰੀਟੇਸ਼ਨ ਕਰੇਗਾ, ਉਹਦੇ ਹਿੱਤਾਂ ਦੇ ਹਿਸਾਬ ਨਾਲ, ਤੁਹਾਡੇ ਹਿੱਤਾਂ ਦੇ ਹਿਸਾਬ ਨਾਲ ਨਹੀਂ, ਤੁਹਾਡੇ ਤੇ ਟੈਸਟਿੰਗ ਹੋਣੀ ਉਹਦੇ ਹਿੱਤਾਂ ਦੇ ਹਿਸਾਬ ਨਾਲ ਹੋਣੀ ਹੈ ਕਿ ਉਹ ਪਰਟੀਕੂਲਰ ਲੈਬੋਰਟਰੀ ਦੇ ਪਰਟੀਕੂਲਰ ਡਾਕਟਰ ਦੇ ਕੀ ਹਿੱਤ ਨੇ। ਤਾਂ ਇਸ ਕਰਕੇ ਇਹ ਜ਼ਰੂਰ ਖਿਆਲ 'ਚ ਰੱਖਣੀ ਚਾਹੀਦੀ ਹੈ ਕਿ ਜਿੱਥੇ ਤੁਸੀਂ ਜਾ ਰਹੇ ਹੋ ਉਹ ਤੁਹਾਡੇ ਹਿੱਤਾਂ ਦੇ ਹਿਸਾਬ ਨਾਲ ਚੱਲ ਰਿਹਾ ਕਿ ਉਹ ਆਪਣੇ ਹਿੱਤਾਂ ਦੇ ਹਿਸਾਬ ਨਾਲ ਚੱਲ ਰਿਹਾ। ਸੋ ਇਸ ਗੱਲ ਤੋਂ ਅਲਰਟ ਰਹਿਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਇੱਥੇ ਇੱਕ ਮੈਨੂੰ ਲੱਗਦਾ ਕਿ ਜੇ ਆਪਾਂ ਇਹ ਗੱਲਬਾਤ ਨਹੀਂ ਕਰਾਂਗੇ ਸ਼ਾਇਦ ਅਧੂਰੀ ਰਹਿ ਜਾਏਗੀ। ਇੱਥੇ ਸਾਰਿਆਂ ਦੇ ਮਨਾਂ 'ਚ ਮੈਨੂੰ ਲੱਗਦਾ ਦਰਸ਼ਕ ਜਿੰਨੇ ਵੀ ਨੇ ਸਾਰਿਆਂ ਦੇ ਮਨਾਂ 'ਚ ਸਵਾਲ ਹੋਣਾ ਕਿ ਜਿਹੜਾ ਟੈਸਟ ਦਾ ਇੱਕ ਕ੍ਰਾਈਟੀਰੀਆ ਫਿਕਸ ਕੀਤਾ ਜਾਂਦਾ ਵੀ ਇਹ ਇੰਨੇ % ਜਿਹੜਾ ਜੇਕਰ ਹੋਵੇ ਤਾਂ ਇਹ ਬਿਮਾਰੀ ਹੋਏਗੀ। ਜਿਵੇਂ ਬਲੱਡ ਪ੍ਰੈਸ਼ਰ ਹੀ ਲਾ ਲਓ ਜਾਂ ਸ਼ੂਗਰ ਲੈਵਲ ਜਿਹੜਾ ਜੀ 110 100 ਜਿੰਨਾ ਵੀ ਉਹਨਾਂ ਨੇ ਤੈਅ ਕੀਤਾ ਹੋਇਆ ਇੰਨਾ ਹੋਏਗਾ ਤਾਂ ਉਹ ਸ਼ੂਗਰ ਦਾ ਮਰੀਜ਼ ਹੈਗਾ। ਇਹ ਕੌਣ ਤੈਅ ਕਰਦਾ? ਇਹ ਸਾਰੇ ਇੱਕ ਨੋਰਮ ਜਿਹੜੇ ਨੇ ਇਹ ਕੌਣ ਤੈਅ ਕਰਦਾ ਕਿ ਇਹਦੇ ਉੱਤੇ ਕੋਈ ਵਰਲਡ ਲੈਵਲ ਦੇ ਉੱਤੇ ਕੋਈ ਸਟੱਡੀ ਹੁੰਦੀ ਹੈ? ਅਤੇ ਜੇਕਰ ਇਹ ਸਟੱਡੀ ਹੁੰਦੀ ਹੈ ਤਾਂ ਫਿਰ ਇਹ ਵੱਧਦੇ ਘਟਦੇ ਕਿਉਂ ਰਹਿੰਦੇ ਨੇ? ਕਿ ਜਿਸ ਤਰ੍ਹਾਂ ਤੁਸੀਂ ਪਿਛਲੀ ਵੀ ਇੱਕ ਵਾਰੀ ਵੀਡੀਓ 'ਚ ਗੱਲ ਕੀਤੀ ਸੀ ਕਿ ਉਹਨੂੰ ਘਟਾਇਆ ਜਾ ਰਿਹਾ ਵਪਾਰਕ ਹਿੱਤਾਂ ਵਾਸਤੇ। ਇਹਦੇ 'ਚ ਕਿੰਨੀ ਸੱਚਾਈ ਹੈ ਅਤੇ ਕੌਣ ਟੈਸਟ ਇਹਨਾਂ ਦੇ ਤੈਅ ਕਰਦਾ ਹੈ ਸਾਰਾ ਸਿਸਟਮ? ਬਹੁਤ ਵੱਡੀ ਸੱਚਾਈ ਹੈ ਕਿ ਤੁਸੀਂ ਬਹੁਤ ਵਧੀਆ ਮਸਲਾ ਉਠਾਇਆ ਇਹ, ਕਿਉਂਕਿ ਜਿਹੜੀਆਂ ਇਹ ਟੈਸਟਾਂ ਦੀਆਂ ਨਾਰਮਲ ਵੈਲਿਊਜ਼ ਜਦੋਂ ਵਧਾਈਆਂ ਘਟਾਈਆਂ ਜਾਂਦੀਆਂ ਨੇ ਤਾਂ ਉਹਦੇ ਵਿੱਚ ਫਿਰ ਸਾਰੇ ਉਹੀ ਹਿੱਤ ਨੇ ਜਿਨ੍ਹਾਂ ਨੇ ਕੁਛ ਵੇਚਣਾ ਹੁੰਦਾ। ਉਦਾਹਰਨ ਦੇ ਤੌਰ 'ਤੇ BP ਦਾ ਲੈਵਲ ਹੈ। ਜਦੋਂ ਮੈਂ MBBS ਕੀਤੀ ਸੀ ਤਾਂ ਅਸੀਂ 160-100 ਤੋਂ ਥੱਲੇ ਦਵਾਈ ਨਹੀਂ ਸੀ ਪਾਉਂਦੇ ਹੁੰਦੇ। ਸਾਨੂੰ ਜਿਹੜਾ ਪੜ੍ਹਾਇਆ ਜਾਂਦਾ ਸੀਗਾ ਕਿ ਦਵਾਈ ਸ਼ੁਰੂ ਕਰਨ ਲੱਗਿਆਂ 160-100 ਤੋਂ ਥੱਲੇ ਦਵਾਈ ਨਹੀਂ ਸ਼ੁਰੂ ਕਰਨੀ। 160-100 ਹਾਈ BP ਹੈ, ਇਸ ਤੋਂ ਥੱਲੇ ਤੁਸੀਂ ਹਿਸਾਬ ਲਾ ਕੇ ਕਰੋ, ਬਾਕੀ ਗੱਲਾਂ ਦਿਖਾ ਕੇ BP ਆਪਣੇ ਆਪ ਚੁਸਦਾ ਠੀਕ ਹੋਵੇ ਇਹ। ਅਤੇ ਸਾਨੂੰ ਪੜ੍ਹਾਇਆ ਜਾਂਦਾ ਸੀ ਵੀ ਏਜ ਪਲੱਸ 100 ਸਿਸਟੋਲਿਕ ਬਲੱਡ ਪ੍ਰੈਸ਼ਰ, ਯਾਨੀ ਕਿ 60 ਸਾਲ ਦੇ ਬੰਦੇ ਦਾ 160 ਬਲੱਡ ਪ੍ਰੈਸ਼ਰ ਨਾਰਮਲ ਹੈ, ਅਤੇ ਥੱਲੇ ਵਾਲਾ 90 ਤੋਂ ਉੱਪਰ, ਜੇ 90 ਤੋਂ ਉੱਪਰ ਹੋਵੇ ਤਾਂ ਇਸ ਕਰਕੇ ਦਵਾਈ ਪਾਉਣ ਲਈ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਕ੍ਰਾਈਟੇਰੀਆ, ਕਿਉਂਕਿ ਜਦੋਂ ਬੰਦਾ BP ਦਿਖਾਉਣ ਜਾਂਦਾ ਨਾ ਡਾਕਟਰ ਕੋਲੇ 5-10 ਤਾਂ ਵੈਸੇ ਵੱਧ ਆਉਂਦਾ, ਉਹਦਾ ਬਹੁਤ ਜ਼ਿਆਦਾ ਵੱਧ ਵੀ ਆ ਸਕਦਾ ਮੌਕੇ 'ਤੇ ਵੱਧ ਸ਼ੂਟ ਕਰ ਜਾਂਦਾ। ਹਾਂ, ਉਹ ਕੋਈ ਜਦੋਂ ਤੁਹਾਡੀ ਬਾਡੀ ਨੂੰ ਕੋਈ ਟੱਚ ਕਰਦਾ ਬੰਦਾ ਤਾਂ ਤੁਸੀਂ ਨਾਲ ਦੀ ਨਾਲ ਤੁਹਾਡਾ BP ਥੋੜ੍ਹਾ ਜਿਹਾ ਹਾਈ ਹੋ ਜਾਂਦਾ। ਔਰ ਇੱਥੇ ਬੜੀ ਇੱਕ ਇੰਟਰਸਟਿੰਗ ਗੱਲ ਹੈ, ਜਦੋਂ BP ਦੀ ਗੋਲੀ ਦਵਾਈਆਂ ਨਵੀਆਂ ਨਿਕਲੀਆਂ, ਜਦੋਂ ਦਵਾਈਆਂ ਵਿਕ ਨਹੀਂ ਸੀ ਰਹੀਆਂ ਤਾਂ ਉਸ ਕੰਪਨੀ ਨੇ ਇੱਕ ਬੜੀ ਚਾਲ ਚੱਲੀ ਕਿ ਬਹੁਤ ਹੀ ਸੋਹਣੀਆਂ ਨਰਸਾਂ ਕੀਤੀਆਂ ਭਰਤੀ ਔਰ ਫੈਕਟਰੀਆਂ ਦੇ ਬਾਹਰ ਖੜੀਆਂ ਕਰਨੀਆਂ ਸ਼ੁਰੂ ਕਰਤੀਆਂ BP ਚੈੱਕ ਕਰਨ ਲਈ ਮੁਫਤ। ਹੁਣ ਯੰਗ
ਬਿਊਟੀਫੁਲ ਸਮਾਰਟ ਨਰਸਿਸ ਬੀਪੀ ਚੈੱਕ ਕਰ ਰਹੀਆਂ ਨੇ ਮਜ਼ਦੂਰਾਂ ਦਾ, ਤਾਂ ਤੁਸੀਂ ਇਮੈਜਿਨ ਕਰੋ ਵੀ ਉਹ ਮਜ਼ਦੂਰ ਦੀ ਬਾਡੀ ਨੂੰ ਜਦੋਂ ਉਹ ਨਰਸ ਟੱਚ ਕਰੇਗੀ ਤਾਂ ਉਹਦਾ ਬੀਪੀ ਵੈਸੇ ਹਾਈ ਹੋ ਜਾਏਗਾ। ਤਾਂ ਉਹਦੇ 'ਚ ਬਹੁਤ ਸਾਰੇ ਬੀਪੀ ਦੇ ਚੈੱਕ ਕੇਸ ਜਿਹੜੀ ਐਂ ਦਵਾਈਆਂ ਸ਼ੁਰੂ ਹੋਈਆਂ, ਅਤੇ ਇਹ ਬੜੀ ਇੱਕ ਇਤਿਹਾਸਕ ਜਿਹੜੀ ਸੱਚ ਹੈ, ਜਦੋਂ ਬੀਪੀ ਦੀਆਂ ਦਵਾਈਆਂ ਸ਼ੁਰੂ ਹੋਈਆਂ ਤਾਂ ਇੱਦਾਂ ਹੋਈਆਂ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਬੀਪੀ ਦਾ ਵਰਤਾਰਾ ਹੈ ਇਹ ਡਿਪੈਂਡ ਕਰਦਾ ਹੈ ਕਿ ਉਹ ਬੰਦਾ ਕਿੰਨਾ ਕੁ ਸੈਂਸਿਟਿਵ ਹੈ। ਜੇ ਉਹ ਡਾਕਟਰ ਨੂੰ ਦੇਖ ਕੇ ਉਹਨੂੰ ਵਾਈਟ ਕੋਟ ਬਲੱਡ ਪ੍ਰੈਸ਼ਰ ਕਹਿੰਦੇ ਆ, ਵਾਈਟ ਕੋਟ ਹਾਈਪਰਟੈਂਸ਼ਨ ਕਹਿੰਦੇ ਆ, ਤਾਂ ਇਹ ਵੀ ਵਰਤਾਰਾ ਹੈਗਾ। ਤਾਂ ਇਹ ਕਿਤੇ ਨਾ ਕਿਤੇ ਫਿਰ ਘਟਾਉਂਦੇ ਇਹਨਾਂ ਨੇ 140-90 ਤੇ ਲਿਆਇਆ, ਫਿਰ 130 ਤੇ ਲਿਆ, ਫਿਰ 120-80 ਤੇ ਲਿਆਇਆ। ਹੁਣ ਕਹਿੰਦੇ 120-80 ਤੋਂ ਉੱਪਰ ਆਇਆ ਨਹੀਂ ਤਾਂ ਨਾਲ ਦੀਆਂ ਦਵਾਈ ਪਾਓ। ਕੱਲ੍ਹ ਨੂੰ ਇਹਨਾਂ ਦਾ ਨਹੀਂ ਪਤਾ 115-75 ਕਰ ਦੇਣ। ਤਾਂ ਇਸ ਕਰਕੇ ਸ਼ੂਗਰ ਦਾ ਵੀ ਸ਼ੂਗਰ ਦਾ ਵੀ ਸੇਮ ਹੈ। ਸ਼ੂਗਰ ਦਾ ਜਿਹੜਾ ਸੀਗਾ, ਸ਼ੂਗਰ ਦੀ ਡਾਇਬਟੀਜ਼ ਦਾ ਜਿਹੜਾ ਦਵਾਈ ਪਾਉਣ ਵਾਸਤੇ ਜਿਹੜਾ ਸੀਗਾ, ਜਿਹੜੀਆਂ ਲੈਵਲ ਸੀਗੇ ਉਹ ਵੀ ਐਂ ਸ਼ੁਰੂ ਹੋਏ ਸੀਗੇ 160 ਤੋਂ ਉੱਪਰ 200 ਤੋਂ ਉੱਪਰ, ਤਾਂ ਹੌਲੀ ਹੌਲੀ ਘਟਦੇ ਹੁਣ 100 ਤੇ ਆ ਗਏ। ਜਿੰਨੀ ਵਾਰੀ 10-20 ਫਿਗਰ ਘਟ ਜਾਂਦੀ, ਕਰੋੜਾਂ ਨਵੇਂ ਗਾਹਕ ਪੈਦਾ ਹੋ ਜਾਂਦੇ ਆ ਡਾਇਬਟੀਜ਼ ਦੇ। ਅੱਜ ਫਿਰ ਉੱਥੇ ਗੇੜਾ ਪੂਰਾ ਦੇ ਕੇ ਅੱਜ ਫਿਰ ਉੱਥੇ ਆ ਗਿਆ ਕਿ ਜੇ ਤੁਹਾਡੀ ਸ਼ੂਗਰ 250 ਤੋਂ ਉੱਪਰ ਹੈ, ਐਵਰੇਜ ਸ਼ੂਗਰ 250 ਤੋਂ ਉੱਪਰ ਹੈ, ਤਾਂ ਹੀ ਤੁਹਾਨੂੰ ਉਹ ਨੁਕਸਾਨ ਕਰੇਗੀ, ਨਹੀਂ ਤਾਂ ਨਹੀਂ ਕਰਦੀ। ਉਸ ਤੋਂ ਥੱਲੇ ਸ਼ੂਗਰ ਦੀ ਮੈਨੇਜਮੈਂਟ ਜਿਹੜੀ ਹੈ ਉਹ ਬਾਈ ਨਾਨ ਫਾਰਮਾਕੋਲੋਜੀਕਲ ਮੈਥਡਸ ਕਰੋ, ਲਾਈਫ ਸਟਾਈਲ ਨਾ ਕਰੋ। ਅਤੇ ਜੇ ਤੁਸੀਂ ਫਾਰਮਾਕੋਲੋਜੀਕਲ ਡਰੱਗਸ ਦੇਣੀਆਂ ਨੇ ਤਾਂ ਡਰੱਗਸ ਸਿਰਫ ਉਦੋਂ ਦਿਓ ਜਦੋਂ ਤੁਹਾਡਾ ਐਵਰੇਜ ਸ਼ੂਗਰ ਜਿਹੜੀ ਹੈ 250 ਤੋਂ ਉੱਪਰ ਹੈ। ਇਸ ਤਾਂ 250 ਤੋਂ ਉੱਪਰ ਜਦੋਂ ਹੋ ਜਾਏ ਦਿਮਾਗ 'ਤੇ ਟੈਨਸ਼ਨ ਪੈ ਜਾਂਦੀ। ਹਾਂ, ਤਾਂ ਉਹ ਸੋ ਇਸ ਕਰਕੇ ਜਿਹੜੀ ਤੁਸੀਂ ਮਸਲਾ ਉਠਾਇਆ ਕਿ ਜਿਹੜੀਆਂ ਨੋਰਮਲ ਫਿਗਰਸ ਨੇ, ਇਹਦੇ ਪ੍ਰਤੀ ਵੀ ਆਪਾਂ ਨੂੰ ਚੇਤਨ ਰਹਿਣਾ ਚਾਹੀਦਾ ਕਿ ਨੋਰਮਲ ਫਿਗਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਵੇਲੇ ਤੁਹਾਡਾ ਬੀਪੀ ਉਹੀ ਰਹੇਗਾ, ਹਰ ਵੇਲੇ ਸ਼ੂਗਰ ਤੁਹਾਡੀ ਉਹੀ ਰਹੇਗੀ। ਤੁਹਾਡਾ ਬੀਪੀ ਸ਼ੂਗਰ ਜਿਵੇਂ ਅਪ ਡਾਊਨ ਐਂ ਹੁੰਦਾ ਰਹਿੰਦਾ 5-5 ਮਿੰਟ ਬਾਅਦ, 2-2 ਮਿੰਟ ਬਾਅਦ। ਮੰਨ ਲਓ ਤੁਸੀਂ ਸ਼ਾਂਤ ਬੈਠੇ ਹੋ, ਤੁਹਾਨੂੰ ਤੁਹਾਡੇ ਨਾਲ ਬੰਦਾ ਕੋਈ ਆ ਕੇ ਲੜ ਪਿਆ, ਤੁਹਾਡਾ ਬੀਪੀ ਲੈਵਲ ਵੀ ਉੱਪਰ ਜਾਊਗਾ, ਸ਼ੂਗਰ ਲੈਵਲ ਵੀ ਉੱਪਰ ਜਾਊਗਾ। ਸੋ ਬੰਦੇ ਦੀ ਚਿੰਤਾ ਪੈ ਗਈ, ਚਿੰਤਾ ਨਾਲ ਜਾਊਗਾ। ਬੰਦੇ ਦੀ ਪਰਸਨੈਲਿਟੀ 'ਤੇ ਡਿਪੈਂਡ ਕਰਦਾ, ਬੰਦੇ ਦੀ ਪਰਸਨੈਲਿਟੀ ਸ਼ਾਂਤ ਹੈ ਕਿ ਵੋਲਾਟਾਈਲ ਹੈ ਕਿ ਗੁੱਸਾ ਹੈ ਕਿ ਕਿੱਦਾਂ ਦਾ। ਤਾਂ ਉਹ ਨੋਰਮਲ ਰੇਂਜਸ ਨੇ, ਤਾਂ ਹਮੇਸ਼ਾ ਨੋਰਮਲ ਰੇਂਜ ਹੁੰਦੀ ਹੈ। ਜਿਹੜੀ ਅਸੀਂ ਇੱਕ ਫਿਗਰ ਦੇ ਦਿੰਦੇ ਉਹ ਐਵਰੇਜ ਹੁੰਦੀ ਹੈ। ਐਵਰੇਜ ਦਾ ਮਤਲਬ ਹੈ ਵਿਚਾਲੀ, ਜਸਟ ਉਹ ਤੁਹਾਨੂੰ ਗਾਈਡ ਕਰਨ ਵਾਸਤੇ ਹੈ, ਉਹ ਤੁਹਾਡੇ ਸਿਰ 'ਤੇ ਬੈਠਣ ਵਾਸਤੇ ਨਹੀਂ ਹੈ। ਅਤੇ ਇਸ ਕਰਕੇ ਕਦੇ ਵੀ ਜਿਹੜੀਆਂ ਇਹਦੀਆਂ ਫਿਗਰਾਂ ਨੂੰ ਦੇਖ ਕੇ ਵੀ ਮੇਰਾ ਉਹ ਨਿੱਕੇ ਜਿਹੜੇ ਉਹਦੀ ਲੈਵਲ ਨੂੰ, ਸ਼ੂਗਰ ਦੇ ਲੈਵਲ ਨੂੰ ਜਾਂ ਕੋਲੈਸਟਰੋਲ ਦੇ ਲੈਵਲ ਨੂੰ ਜਾਂ ਲਿਵਰ ਦੇ ਐਂਜ਼ਾਈਮ ਦੇ ਲੈਵਲ ਨੂੰ ਲੈ ਕੇ ਚਿੰਤਤ ਹੋਣਾ, ਇਹ ਕਿਤੇ ਵੀ ਜਸਟੀਫਾਈਡ ਨਹੀਂ ਹੈ। ਇਸ ਕਰਕੇ ਉਹਦੀ ਜਿਹੜੀ ਵਧੀਆ ਗੱਲ ਹੈ, ਜੇ ਤੁਹਾਨੂੰ ਕੋਈ ਜੈਨੂਅਨ ਵਧੀਆ ਡਾਕਟਰ, ਤੁਹਾਡਾ ਫੈਮਿਲੀ ਡਾਕਟਰ ਹੋਵੇ ਤਾਂ ਬਹੁਤ ਹੀ ਤੁਸੀਂ ਕਿਸਮਤ ਵਾਲੇ ਹੋ। ਕਿ ਇਹ ਗੱਲ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਮੇਰਾ ਇੱਕ ਫੈਮਿਲੀ ਡਾਕਟਰ ਹੋਵੇ ਜਿਹੜਾ ਮੇਰਾ ਸਹੀ ਦੋਸਤ ਹੋਵੇ, ਸਹੀ ਗਾਈਡ ਹੋਵੇ। ਹਾਲਾਂਕਿ ਮੈਂ ਪਹਿਲਾਂ ਕਹੀ ਸੀ, ਅੱਜ ਦੇ ਜ਼ਮਾਨੇ 'ਚ ਇਹ ਗੱਲ ਬਹੁਤ ਔਖੀ ਹੈ, ਲੇਕਿਨ ਫਿਰ ਵੀ ਬੇੜਾ ਗਰਕ ਨਹੀਂ ਹੋ ਗਿਆ। ਅੱਜ ਵੀ ਇਹੋ ਜਿਹੇ ਡਾਕਟਰ ਤੁਹਾਨੂੰ ਮਿਲ ਜਾਣਗੇ ਜਿਹੜੇ ਕਿ ਬਹੁਤ ਜੈਨੂਅਨ ਨੇ, ਬਹੁਤ ਕਦੀ ਧੱਕਾ ਨਹੀਂ ਕਰਦੇ, ਕੋਈ ਧੋਖਾ ਨਹੀਂ ਕਰਦੇ, ਅਤੇ ਤੁਸੀਂ ਉਹਦੇ ਵੱਲ ਜਾਓਗੇ ਤਾਂ ਤੁਹਾਨੂੰ ਸਹੀ ਗਾਈਡ ਕਰਨਗੇ। ਅੱਜ ਵੀ ਡਾਕਟਰ ਹੈਗੇ ਆ, ਐਸੀ ਗੱਲ ਨਹੀਂ ਕਿ ਸਾਰੇ ਦੇ ਸਾਰੇ ਇੱਕੋ ਜਿਹੇ ਆ। ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣਾ ਫੈਮਿਲੀ ਡਾਕਟਰ ਕੋਈ ਨਾ ਕੋਈ ਰੱਖੋ, ਪਰਸਨਲ ਦੋਸਤੀ ਰੱਖੋ, ਤਾਂ ਉਹਦੇ ਤੋਂ ਗਾਈਡੈਂਸ ਲਓ ਆਪਣੀ ਕਿ ਡਾਕਟਰ ਸਾਹਿਬ ਮੈਨੂੰ ਇਸ ਲੈਵਲ ਆ ਆਇਆ ਮੇਰਾ, ਹੁਣ ਮੈਂ ਇਹਨੂੰ ਜਿਹੜਾ ਇਲਾਜ ਕਰਨਾ ਇਹਦਾ ਦਵਾਈਆਂ ਨਾਲ ਕਰਾਂ ਕਿ ਬਿਨਾਂ ਦਵਾਈਆਂ ਦੇ ਕਰਾਂ, ਕਿ ਕਰਾਂ ਹੀ ਨਾ, ਜੋ ਵੀ ਤੁਸੀਂ ਕਰਨਾ। ਅਤੇ ਉਹਦੇ ਲਈ ਹਮੇਸ਼ਾ ਆਪਣਾ ਜਿਹੜਾ ਟੈਸਟ ਨੂੰ, ਬਹੁਤ ਸਾਰੇ ਟੈਸਟ ਨੇ ਜਿਹੜੇ ਅਬਨੋਰਮਲ ਆ ਜਾਂਦੇ ਆ, ਉਹਨਾਂ ਨੂੰ ਬਿਨਾਂ ਦਵਾਈਆਂ ਦੇ ਵੀ ਠੀਕ ਕੀਤਾ ਜਾ ਸਕਦਾ। ਤਾਂ ਬਿਨਾਂ ਦਵਾਈਆਂ ਵਾਲੀਆਂ ਟਰੀਟਮੈਂਟਸ ਵੀ ਪਤਾ ਹੋਣੀ ਚਾਹੀਦੀਆਂ ਕਿ ਮੈਂ ਬਿਨਾਂ ਦਵਾਈ ਦੇ ਕਿਵੇਂ ਆਪਣਾ ਇਲਾਜ ਕਰ ਸਕਦਾ। ਤਾਂ ਇਸ ਕਰਕੇ ਆਪਣੇ ਟੈਸਟ ਦੀ ਇੰਟਰਪ੍ਰੇਸ਼ਨ ਜਿਹੜੀ ਹੈ ਉਹ ਬਹੁਤ ਹੀ ਸੁਘੜ ਤਰੀਕੇ ਨਾਲ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ, ਲੰਘੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਨੂੰ ਕਰੋਨਾ ਪੋਜ਼ੀਟਿਵ ਦਾ ਇੱਕ ਰੌਲਾ ਪਿਆ ਸੀ, ਉਹਦੀ ਰਿਪੋਰਟ ਆਈ ਸੀ। ਉਸ ਤੋਂ ਬਾਅਦ ਉਹ ਜਿਹੜੀ ਰਿਪੋਰਟ ਸੀਗੀ ਉਹਨਾਂ ਨੇ ਜਿਹੜਾ ਉਹ ਟੈਸਟ ਕਰਾਇਆ ਸੀ, ਉਹ ਸਰਕਾਰੀ ਹਸਪਤਾਲ 'ਚੋਂ ਕਰਾਇਆ ਸੀ। ਉਸ ਤੋਂ ਬਾਅਦ 2 ਵਾਰੀ ਜਿਹੜੇ ਇੱਕ ਹੋਰ ਟੈਸਟ ਕਰਵਾਏ ਗਏ ਉਹ ਨੈਗੇਟਿਵ ਨਿਕਲੇ। ਅਜਿਹੇ ਹਾਲਾਤਾਂ ਦੇ ਵਿੱਚ, ਜਦੋਂ ਅਜਿਹੀਆਂ ਹਾਲਾਤਾਂ ਪੈਦਾ ਹੁੰਦੇ ਨੇ ਕਿ ਇੱਕ ਟੈਸਟ ਜਿਹੜਾ ਇੱਕ ਜਗ੍ਹਾ ਤੋਂ ਜਿਹੜਾ ਪੋਜ਼ੀਟਿਵ ਨਿਕਲ ਆਉਂਦਾ, ਇੱਕ ਕਿਤੇ ਹੋਰੋਂ ਕਰਾਉਂਦਾ ਅਤੇ ਉਹ ਨੈਗੇਟਿਵ ਨਿਕਲ ਆਉਂਦਾ, ਫਿਰ ਬੰਦਾ ਵਿਸ਼ਵਾਸ ਕਰੇ ਤਾਂ ਕਿਹਦੇ 'ਤੇ ਕਰੇ, ਅਤੇ ਅਜਿਹੇ ਹਾਲਾਤਾਂ 'ਚ ਕੀ ਕਰੇ? ਦੇਖੋ, ਉਹ ਤਾਂ ਕਰੋਨਾ ਟੈਸਟ 'ਤੇ ਤਾਂ ਆਪਾਂ ਬਿਲਕੁਲ ਸੈਪਰੇਟ ਵੀਡੀਓ ਕਰ ਸਕਦੇ ਹਾਂ। ਕਰੋਨਾ ਟੈਸਟ ਦਾ, ਕਰੋਨਾ ਦੀ ਗੱਲ ਨਹੀਂ ਕਰ ਰਿਹਾ ਮੈਂ, ਟੈਸਟਾਂ ਦੀ ਗੱਲ ਕਰ ਰਿਹਾ ਫੁੱਲ। ਨਹੀਂ, ਬਾਕੀ ਟੈਸਟਾਂ 'ਚ ਇੱਦਾਂ ਨਹੀਂ ਹੋ ਰਿਹਾ, ਕਰੋਨਾ 'ਚ ਤਾਂ ਬਹੁਤ ਜ਼ਿਆਦਾ ਇੱਦਾਂ ਹੋ ਰਿਹਾ ਨਾ, ਕਿਉਂਕਿ ਕਰੋਨਾ ਦਾ ਟੈਸਟ ਜਿਹੜਾ ਹੈ ਬੇਸਿਕ ਟੈਸਟ ਹੀ ਬੋਗਸ ਹੈ, ਟੈਸਟ ਹੀ ਬੋਗਸ ਹੈ। ਇਸ ਟੈਸਟ ਦੀ ਕੋਈ ਵੈਲਿਊ ਨਹੀਂ ਹੈ। ਇਹ ਟੈਸਟ ਦੇ ਅੰਦਰ ਇਹਦਾ ਜਿਹੜਾ ਮੈਕੈਨਿਜ਼ਮ ਹੈ ਟੈਸਟ ਕਰਨ ਦਾ, RT-PCR, ਉਹ ਮੈਥਡ ਦਾ ਜਿਹੜਾ ਇਨਵੈਂਟਰ ਸੀਗਾ ਉਹਨੇ ਖੁਦ ਕਹਿਤਾ ਸੀ ਵੀ ਉਹਨੂੰ ਡਾਇਗਨੋਸਿਸ ਲਈ ਯੂਜ਼ ਨਹੀਂ ਕਰਨਾ, ਸਿਰਫ ਰਿਸਰਚ ਟੂਲ ਹੈ ਤੁਹਾਡਾ ਹੈ। ਕਿਉਂਕਿ ਇਹਦੇ ਅੰਦਰ 50 ਇਫਸ ਐਂਡ ਬਟਸ ਨੇ। ਇਹ 25 ਸਾਈਕਲ ਤੋਂ ਥੱਲੇ ਇਹਨੂੰ ਅੱਗੇ ਮਲਟੀਪਲਾਈ ਕਰਨਾ ਪੈਂਦਾ ਵਾਇਰਸ ਪਾਰਟੀਕਲਸ ਨੂੰ ਲੈ ਕੇ ਜਾਂ ਵਾਇਰਸ ਦੇ ਪ੍ਰੋਟੀਨ ਨੂੰ ਲੈ ਕੇ। ਉਹ ਮਲਟੀਪਲੀਕੇਸ਼ਨ ਫੈਕਟਰ ਕਿੰਨਾ ਹੈ,
ਫਿਰ ਤਾਂ ਉਹ ਇਹ ਤਾਂ ਰੋਜ਼ ਹੀ ਹੋ ਰਿਹਾ, ਜਣੇ ਖਣੇ ਨਾਲ ਹੋ ਰਿਹਾ ਕਿ ਤੁਸੀਂ 4 ਥਾਵਾਂ ਤੋਂ ਕਰਾ ਲਓ, 2 ਵਾਰੀ 2 ਥਾਂ ਨੈਗੇਟਿਵ ਆ ਜਾਏਗਾ, 2 ਥਾਂ ਪੋਜ਼ਿਟਿਵ ਆ ਜਾਏਗਾ। ਵਜੇ ਹਾਲਾਤਾਂ 'ਚ ਬੰਦਾ ਜਾਵੇ ਕਿੱਥੇ? ਨਹੀਂ, ਲੋੜ ਹੀ ਨਹੀਂ ਕਰੋਨਾ ਦਾ ਟੈਸਟ। ਕਰੋਨਾ ਦਾ ਟੈਸਟ ਕਰਵਾਉਂਦੇ ਕਿਉਂ ਤੁਸੀਂ? ਮੈਂ ਤਾਂ ਬਾਰ-ਬਾਰ ਕਹਿ ਰਿਹਾ ਕਿ ਕਰੋਨਾ ਦਾ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਫॉर ਡਾਇਗਨੋਸਿਸ ਕਰੋਨਾ ਹੈਜ਼ ਨੋ ਰੈਲੇਵੈਂਸ, ਇਟਸ ਐਜ਼ ਗੁੱਡ ਔਰ ਐਜ਼ ਬੈਡ ਐਜ਼ ਫਲੂ। ਤੁਸੀਂ ਫਲੂ ਹੋ ਗਿਆ, ਤੁਹਾਨੂੰ ਫਲੂ ਦਾ ਇਲਾਜ ਦਵਾਈ ਕੋਈ ਕਰਨੀ ਨਹੀਂ ਹੈ। ਤੁਸੀਂ 98% ਕੇਸਿਸ ਜਿਹੜੇ ਨੇ ਫਲੂ ਦੇ ਜਿਹੜੇ ਨੇ ਉਹ ਬਿਨਾਂ ਇਲਾਜ ਤੋਂ ਠੀਕ ਹੁੰਦੇ ਆ। 2% ਕੇਸਿਸ ਸਿਰਫ ਹਸਪਤਾਲ ਪਹੁੰਚਦੇ ਆ। ਉਹ 2% ਨੂੰ ਅੱਗੇ ਲਾ ਲਓ, 98% ਤਾਂ ਉਹੀ ਭੰਗੜਾ ਪਾਉਂਦੇ ਆ। ਉਹਨਾਂ ਨੂੰ ਕੋਈ ਟੈਸਟ ਕਰਵਾਉਣ ਦੀ ਲੋੜ ਨਹੀਂ, ਨਾ ਕਿਤੇ ਜਾਣ ਦੀ ਲੋੜ ਹੈ, ਨਾ ਕੋਈ ਘਬਰਾਉਣ ਦੀ ਲੋੜ ਹੈ। ਉਹ ਗੱਲ ਹੀ ਜਿਹੜੀ ਹੈ ਉਹ ਤਾਂ ਮਤਲਬ ਆਰਟੀਫਿਸ਼ਲੀ ਕ੍ਰੀਏਟਡ ਹੈ। ਸੋ ਇਸ ਕਰਕੇ ਉਸ ਟੈਸਟ ਬਾਰੇ ਤਾਂ ਤੁਸੀਂ ਗੱਲ ਹੀ ਛੱਡਣਾ, ਉਹ ਟੈਸਟ ਤਾਂ ਹੈ ਹੀ ਫਰਾਡ ਹੈ। ਉਹ ਇਹ ਬਿਮਾਰੀ ਵੀ ਉਸ ਸੈਂਸ ਦੀ ਨਹੀਂ ਜਿੱਦਾਂ ਦੀ ਕੀਤੀ ਗਈ, ਅਤੇ ਉਹ ਟੈਸਟ ਬਿਲਕੁਲ ਹੀ ਫਰਾਡ ਹੈ। ਅਤੇ ਫਿਰ ਇਹ ਜਿਹੜੇ ਬਾਕੀ ਦੇ ਟੈਸਟਾਂ ਦੇ ਵਿੱਚ ਵੀ ਕਈ ਜਗ੍ਹਾ 'ਤੇ ਇਸ ਤਰ੍ਹਾਂ ਨਿਕਲ ਆਉਂਦਾ ਵੀ ਇਹ ਬੰਦੇ ਦਾ ਟੈਸਟ ਉਹਨੇ ਕਰਵਾ ਲਿਆ, ਉਹਨੇ ਜਦੋਂ ਡਾਕਟਰ ਕੋਲ ਗਿਆ ਤਾਂ ਦੱਸਿਆ ਵੀ ਆਹ ਹੈਗਾ, ਦੈਨ ਕੀ ਸੈਕਿੰਡ ਓਪੀਨੀਅਨ ਜਾਂ ਥਰਡ ਓਪੀਨੀਅਨ ਲੈਣੀ ਬਣਦੀ ਹੁੰਦੀ ਹੈ ਜਾਂ ਫਿਰ ਉਸੇ 'ਤੇ ਵਿਸ਼ਵਾਸ ਕਰ ਲਓ? ਬਿਲਕੁਲ ਇਹੋ ਜਿਹਾ ਤਾਂ ਧੋਖਾਧੜੀ ਹੁੰਦਾ ਹੀ ਹੈ ਮਾਰਕੀਟ ਦੇ ਅੰਦਰ ਧੋਖਾਧੜੀ ਹੁੰਦਾ ਹੈ। ਬਹੁਤ ਵਾਰ ਤੁਹਾਨੂੰ ਇਹ ਹੋਊਗਾ ਕਿ ਜਿਸ ਬੰਦੇ ਨੇ ਤੁਹਾਨੂੰ ਟੈਸਟ ਕਰਾਉਣ ਲਈ ਭੇਜਿਆ, ਇਹ ਨੋਨ ਹੈ ਕਿ ਉਹ ਜਿਹੜੇ ਲੈਬੋਰਟਰੀ ਕੋਲ ਜਾਊਗਾ ਤਾਂ ਉਹਨੇ ਜੇ ਉਹਨੇ ਹਿੱਸਾ ਪੱਤੀ ਜ਼ਿਆਦਾ ਮੰਗਦਾ ਹੋਇਆ ਤਾਂ ਉਹਨੇ ਕੁਛ ਟੈਸਟ ਜਿਹੜੇ ਬਿਨਾਂ ਟੈਸਟ ਕੀਤੇ ਲਿਖ ਦੇਣੇ ਆ। ਇਹ ਨੂਨ ਪ੍ਰੈਕਟਿਸ ਹੈ ਮਾਰਕੀਟ ਦੀ ਕਿ ਉਹਨੇ ਜੇ ਮੰਨ ਲਓ ਜੇ ਉਹ ਬੰਦਾ ਲਾਲਚੀ ਹੈ, ਜਿਹੜਾ ਬੰਦਾ ਟੈਸਟ ਲਈ ਭੇਜ ਰਿਹਾ ਉਹਨੂੰ ਜਿਹੜਾ ਪਰਸੈਂਟੇਜ ਮਿਲਣੀ ਉਹ 'ਚੋਂ, ਤਾਂ ਜੇ ਉਹਨੇ ਜ਼ਿਆਦਾ ਮੰਗਦਾ ਹੋਇਆ ਤਾਂ ਲੈਬੋਰਟਰੀ ਵਾਲੇ ਨੇ ਕੀ ਕਰਨਾ, ਉਹਦੇ ਕੁਛ ਟੈਸਟ ਤੁਹਾਡੇ ਬਿਨਾਂ ਕਰ ਦੂਗਾ, ਤਾਂ ਹੀ ਉਹ ਦੇ ਪਾਏਗਾ। ਉਹ ਕਿਵੇਂ ਦੇ ਪਾਏਗਾ? ਜਾਂ ਲੈਬੋਰਟਰੀ ਵਾਲੇ ਵੈਸੇ ਵੀ ਲੈਬੋਰਟਰੀ ਵਾਲਾ ਖੁਦ ਲਾਲਚੀ ਹੋ ਸਕਦਾ ਕਿ ਬਿਨਾਂ ਟੈਸਟ ਕੀਤੇ ਵੀ ਲਿਖ ਦੇਵੇ ਤੁਹਾਡਾ, ਯਾਨੀ ਟੈਸਟ ਕੀਤਾ ਨਹੀਂ ਅਤੇ ਉਹਦਾ ਰਿਜ਼ਲਟ ਨਾਰਮਲ ਰਿਜ਼ਲਟ ਲਿਖ ਕੇ ਦੇ ਦੇਗਾ ਤੁਹਾਨੂੰ, ਨਾਰਮਲ ਲਿਖ ਕੇ ਦੇ ਦੇਗਾ। ਕੱਲ੍ਹ ਨੂੰ ਤੁਸੀਂ ਕਰਾਓਗੇ ਤਾਂ ਹੋ ਸਕਦਾ ਉਹ 'ਚ ਨੁਕਸ ਨਿਕਲ ਆਵੇ, ਅਤੇ ਇੱਦਾਂ ਦੀ ਗੱਲ ਵੀ ਹੋ ਸਕਦੀ ਹੈ। ਬਾਕੀ ਜਿਹੜੀਆਂ ਕੁਛ ਐਰਰ ਜਿਹੜੀਆਂ ਨੇ ਉਹ ਮਸ਼ੀਨਾਂ ਦੀਆਂ ਐਰਰ ਵੀ ਹੁੰਦੀਆਂ ਨੇ, ਉਹਦੇ 'ਚ ਕਿਸੇ ਦੇ ਬੰਦੇ ਦੇ ਹੱਥ ਨਹੀਂ ਹੈ। ਮਸ਼ੀਨਾਂ ਦੀਆਂ ਆਪਣੀਆਂ ਐਰਰਸ ਨੇ, ਕਿਉਂਕਿ ਮਸ਼ੀਨਾਂ ਵੀ ਕੋਈ ਫੁੱਲ ਪ੍ਰੂਫ ਨਹੀਂ ਨਾ ਹੈਗੀਆਂ। ਨਾ ਮਸ਼ੀਨਾਂ ਫੁੱਲ ਪ੍ਰੂਫ ਨੇ, ਨਾ ਕਰਨ ਵਾਲਾ ਬੰਦਾ ਫੁੱਲ ਪ੍ਰੂਫ ਹੈ। ਜਿਹੜਾ ਕਰਨ ਵਾਲਾ ਬੰਦਾ ਉਹਦੀ ਵੀ ਐਕੂਰੇਸੀ ਚਾਹੀਦੀ ਹੈ, ਟ੍ਰੇਨਿੰਗ ਪੂਰੀ ਚਾਹੀਦੀ ਹੈ। ਉਹਦੇ ਅੰਦਰ ਜਿਹੜੇ ਕੈਮੀਕਲ ਪੈ ਰਹੇ ਆ ਉਹਨਾਂ ਦੀ ਕੁਆਲਿਟੀ ਪ੍ਰੋਪਰ ਚਾਹੀਦੀ ਹੈ। ਮਸ਼ੀਨ ਦੀ ਤਿੰਨ ਫੈਕਟਰ ਆ ਗਏ ਨਾ। ਇਹਦਾ ਕਰਨ ਵਾਲਾ ਬੰਦਾ ਬੈਠਾ ਹੈ, ਹੋ ਸਕਦਾ ਉਹਨੇ ਮੈਥਡ ਠੀਕ ਨਹੀਂ ਯੂਜ਼ ਕੀਤਾ, ਉਹਨੇ ਕੁਛ ਕੈਮੀਕਲ ਯੂਜ਼ ਕੀਤੇ, ਕਿੱਟਾਂ ਯੂਜ਼ ਕੀਤੀਆਂ, ਹੋ ਸਕਦਾ ਕਿੱਟਾਂ ਜਿਹੜੀਆਂ ਨੇ ਐਕਸਪਾਇਰਡ ਹੋਣ ਜਾਂ ਕਿੱਟਾਂ ਪ੍ਰੋਪਰ ਨਾ ਹੋਣ। ਤੀਜੀ ਗੱਲ, ਹੋ ਸਕਦਾ ਮਸ਼ੀਨ ਜਿਹੜੀ ਹੈ ਉਹ ਫਾਲਟੀ ਹੋਵੇ। ਅਤੇ ਇਸ ਕਰਕੇ ਟੈਸਟਾਂ ਦੇ ਅੰਦਰ ਤਾਂ ਵੇਰੀਏਸ਼ਨ ਹੋਣ ਦੀ ਪੋਸੀਬਿਲਿਟੀ ਹੁੰਦੀ ਹੈ ਹਮੇਸ਼ਾ ਹੀ। ਯਾਨੀ ਫਿਰ ਉਹ ਇਹਨਾਂ ਹਾਲਾਤਾਂ ਦੇ ਵਿੱਚ ਉਹ ਸੈਕਿੰਡ ਥਰਡ ਓਪੀਨੀਅਨ ਲੈਣਾ ਜ਼ਰੂਰੀ ਹੈ। ਅਗਰ ਕੋਈ ਸੀਰੀਅਸ ਬਿਮਾਰੀ ਹੈ ਤੁਹਾਨੂੰ ਨਿਕਲ ਰਹੀ ਹੈ ਤਾਂ ਕਦੀ ਵੀ ਇੱਕ ਟੈਸਟ ਦੇ ਜਾਂ ਆਪਣਾ ਜਿਹੜਾ ਫੈਸਲਾ ਨਾ ਦਰਮਦਾਰ ਕਰੋ। ਕੋਈ ਸਰਜਰੀ ਕਰਵਾਉਣੀ ਪੈ ਰਹੀ ਹੈ, ਕੋਈ ਬਹੁਤ ਮਹਿੰਗੀ ਜਾਂ ਬਹੁਤ ਟੌਕਸਿਕ ਦਵਾਈ ਖਾਣੀ ਪੈ ਰਹੀ ਹੈ, ਤਾਂ ਪਹਿਲਾਂ ਸੈਕਿੰਡ ਥਰਡ ਟਾਈਮ ਬਾਰ ਟੈਸਟ ਕਰਾ ਕੇ ਦੇਖੋ, ਫਿਰ ਸੈਕਿੰਡ ਥਰਡ ਓਪੀਨੀਅਨ ਲੈ ਕੇ ਦੇਖੋ ਕਿ ਕੀ ਮੇਰਾ ਬਿਨਾਂ ਸਰਜਰੀ ਤੋਂ ਜਾਂ ਬਿਨਾਂ ਇੰਨੀ ਮਹਿੰਗੀ ਦਵਾਈ ਤੋਂ ਜਾਂ ਬਿਨਾਂ ਇੰਨੀ ਜ਼ਹਿਰੀਲੀ ਦਵਾਈ ਤੋਂ ਸਰ ਸਕਦਾ। ਤਾਂ ਬਹੁਤ ਵਾਰੀ ਤੁਸੀਂ ਪਾਓਗੇ ਅਬਲਾ ਕੋਈ ਟੈਸਟਾਂ 'ਚ ਵੀ ਠੀਕ ਫਰਕ ਨਿਕਲ ਆਏਗਾ, ਜਾਂ ਅੱਗੇ ਫਿਰ ਦਵਾਈ ਖਾਣ ਦੀ ਲੋੜ 'ਚ ਫਰਕ ਨਿਕਲ ਆਏਗਾ। ਕੋਈ ਸਰਜਰੀ ਕਹੇਗਾ, ਕੋਈ ਨਹੀਂ ਕਹੇਗਾ। ਸੋ ਇਹ ਇੱਕ ਮੈਡੀਕਲ ਸਾਇੰਸ ਇੱਕ ਇਹੋ ਜਿਹੀ ਸਾਇੰਸ ਹੈ ਜਿਹੜੀ ਕਿ ਜੱਜਮੈਂਟ 'ਤੇ ਬੇਸਡ ਹੈ, ਐਕਸਪੀਰੀਅੰਸ 'ਤੇ ਬੇਸਡ ਹੈ ਬੰਦੇ ਦੀ, ਉਹ ਪਰਸਨਲ ਫਿਜ਼ੀਸ਼ੀਅਨ ਦੇ ਜਿਹੜਾ ਤਜਰਬਾ ਉਹਦੇ ਉੱਪਰ ਬੇਸਡ ਹੈ। ਸੋ ਇਸ ਕਰਕੇ ਬਹੁਤ ਸਿਫਟਸ ਐਂਡ ਬਟਸ ਨੇ, ਇਸ ਕਰਕੇ ਬਹੁਤ ਹੀ ਸੂਝ ਸਮਝ ਨਾਲ ਚੱਲਣਾ ਚਾਹੀਦਾ। ਡਾਕਟਰ ਸਾਹਿਬ, ਲਾਸਟ ਕੁਐਸਚਨ ਇਹ ਹੈ ਕਿ ਜਿਹੜੇ ਟੈਸਟ ਕਰਾਉਣ ਜਾਂਦੇ ਨੇ ਉਹ ਲਗਭਗ ਜਿਹੜੇ ਜੋ ਆਪਣੇ ਆਪ ਜਿਵੇਂ ਟੈਸਟ ਕਰਾਉਣ ਚਲੇ ਗਏ, ਕੀ ਅਜਿਹਾ ਰੋਕਣਾ ਚਾਹੀਦਾ ਜੇ ਬੰਦਿਆਂ ਨੂੰ ਜਿਨ੍ਹਾਂ ਨੂੰ ਮਨੋਰੋਗ ਹੋਵੇ ਜਾਂ ਕਿਸੇ ਤਰੀਕੇ ਨਾਲ ਉਹ ਮਾਨਸਿਕ ਚਿੰਤਾ ਦੇ ਵਿੱਚ ਹੋਵੇ ਬੰਦਾ ਉਹ ਰੋਗ ਦੇ ਵਿੱਚ, ਅਤੇ ਉਹ ਜਦੋਂ ਬੰਦਾ ਆਪਣੇ ਆਪ ਹੀ ਟੈਸਟ ਕਰਾਉਣ ਚਲਾ ਜਾਂਦਾ ਉੱਥੇ, ਤਾਂ ਉਹਦੇ ਵਿੱਚੋਂ ਜੇ ਮਾੜਾ ਜਿਹਾ ਵੀ ਟੈਸਟ ਨਿਕਲਿਆ ਤਾਂ ਉਹਦਾ ਚਿੰਤਾ ਰੋਗ ਜਾਂ ਮਨੋਰੋਗ ਵੱਧ ਸਕਦਾ ਹੈ? ਨਹੀਂ, ਰੋਕਣ ਦੀ ਉਹਨੂੰ ਕੋਈ ਲੋੜ ਨਹੀਂ ਹੈ। ਕੋਈ ਟੈਸਟ ਦੇ ਵਿੱਚ ਕੋਈ ਨੁਕਸਾਨ ਦੇਣ ਵਾਲਾ ਟੈਸਟ ਹੈ ਫਿਰ ਤਾਂ ਚਲੋ ਬੰਦੇ ਨੂੰ ਕਨਵਿੰਸ ਕਰਾਇਆ ਜਾ ਸਕਦਾ, ਲੇਕਿਨ ਆਮ ਤੌਰ 'ਤੇ ਰੋਕਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਲੋਕਾਂ ਕੋਲ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਨਾ ਉਹ ਬਾਰ ਟੈਸਟ ਕਰਵਾਉਂਦੇ ਨੇ, ਸ਼ੌਕ ਹੈ ਉਹਨੂੰ। ਬਹੁਤ ਲੋਕ ਨੇ ਜਿਹੜੇ ਕਿ ਜਿਨ੍ਹਾਂ ਨੂੰ ਸੈਟਿਸਫੈਕਸ਼ਨ ਹੁੰਦੀ ਹੈ ਟੈਸਟ ਕਰਵਾ ਕੇ, ਦੇ ਫੀਲ ਸੇਫ, ਰਾਦਰ ਉਹ ਮਨੋਰੋਗ ਤੋਂ ਬਚ ਜਾਂਦੇ ਆ। ਜੇ ਉਹ ਨਾ ਟੈਸਟ ਕਰਵਾਉਣ ਤਾਂ ਉਹਨਾਂ ਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ ਵੀ ਮੈਂ ਪਤਾ ਨਹੀਂ ਸ਼ਾਇਦ ਮੈਨੂੰ ਕੋਈ ਬਿਮਾਰੀ ਲੱਗ ਰਹੀ ਹੋਵੇ। ਜਦੋਂ ਟੈਸਟ ਕਰਾ ਲੈਂਦੇ ਠੀਕ ਨਿਕਲਦੇ ਆ, ਫਿਰ ਮੁੜ ਕੇ ਸ਼ਾਂਤ ਹੋ ਜਾਂਦੇ ਆ। ਤਾਂ ਪੈਸਾ ਉਹਨਾਂ ਕੋਲ ਖੁੱਲ੍ਹਾ ਹੁੰਦਾ, ਤਾਂ ਉਹਨੂੰ ਰੁਕਾਉਣ ਦੀ ਤਾਂ ਕੋਈ ਲੋੜ ਨਹੀਂ ਹੈ। ਆਪਾਂ ਨੂੰ ਕਿਸੇ ਕਿਉਂ ਰੋਕੇਗਾ? ਨਾਲੇ ਅੱਜ ਦਾ ਫ੍ਰੀ ਮਾਰਕੀਟ ਸਿਸਟਮ ਹੈ, ਜਾਂ ਤਾਂ ਨੈਸ਼ਨਲਾਈਜ਼ ਹੋਊਗਾ ਨਾ ਫਿਰ ਰੋਕਦੇ। ਹੁਣ ਕੈਨੇਡਾ ਵਰਗਾ ਮੁਲਕ ਹੈ, ਜੇ ਉੱਥੇ ਟੈਸਟ ਕਰਵਾਉਣਾ ਹੋਵੇ ਤਾਂ ਅਗਲੇ 50 ਕਿੰਤੂ ਪਰੰਤੂ ਕਰਦੇ ਆ, ਕਿਉਂਕਿ ਅਗਲੇ ਨੇ ਫ੍ਰੀ ਕਰਨਾ। ਇੱਥੇ ਤੁਸੀਂ ਪੈਸੇ ਪੇ ਕਰਨੇ ਆ, ਤੁਸੀਂ ਪੈਸੇ ਪੇ ਕਰਨੇ, ਠੀਕ ਹੈ ਤੁਹਾਡੇ ਪੈਸੇ ਆ, ਤੁਸੀਂ ਕਰਾਓ। ਕਰਨ ਵਾਲੇ ਵੀ ਤਿਆਰ ਨੇ, ਕਰਾਉਣ ਵਾਲੇ ਵੀ ਤਿਆਰ ਨੇ, ਦੋਨੋਂ ਪਾਸੇ ਉੱਥੋਂ ਕੋਈ ਦਿੱਕਤ ਨਹੀਂ ਹੈ। ਤਾਂ ਇਸ ਕਰਕੇ ਰੋਕ ਕੇ ਉਹਦਾ ਕੋਈ ਫਾਇਦਾ ਨਹੀਂ ਹੈ। ਅਗਲਾ ਕਹੂਗਾ ਵੀ ਮੈਨੂੰ ਤੁਸੀਂ ਕਿਉਂ ਰੋਕਦੇ, ਕੌਣ ਹੁੰਦੇ ਤੁਸੀਂ ਰੋਕਣ ਵਾਲੇ? ਤੁਸੀਂ ਕੋਈ ਮੇਰੇ ਖਿਆਲ ਤੁਕ ਨਹੀਂ ਬਣਦੀ, ਅਗਲਾ ਕਰਾਉਂਦਾ ਕਰਵਾਵੇ। ਪਰ ਹਰ ਬਿਮਾਰੀ ਦੇ ਵਿੱਚ ਲੱਛਣ ਤਾਂ ਜਿਹੜੇ ਨੇ ਉਹਦੇ ਪਹਿਲਾਂ ਦਿਖ ਰਹੇ ਹੁੰਦੇ ਨੇ। ਹਰ ਬਿਮਾਰੀ ਦੇ ਉੱਤੇ ਡਾਕਟਰਸ ਜਿਹੜੇ ਦੱਸਦੇ ਨੇ ਵੀ ਲੱਛਣ ਜਿਹੜੇ ਉਹਦੇ ਨਜ਼ਰ ਆ ਰਹੇ ਹੁੰਦੇ ਨੇ।
ਤੇ ਉਹ ਲੱਛਣਾਂ ਤੋਂ ਵੀ ਆਪਾਂ ਨੂੰ ਪਛਾਣ ਕੇ ਆਪਣੇ ਆਪ ਟੈਸਟ ਕਰਾਉਣ ਜਾਣ ਤੋਂ ਰੁਕਣਾ ਚਾਹੀਦਾ, ਡਾਕਟਰ ਦੇ ਕੰਸਲਟ ਕਰਨਾ ਚਾਹੀਦਾ, ਜਾਂ ਫਿਰ ਟੈਸਟ ਆਪਣੇ ਆਪ ਕਰਾ ਲੈਣੇ ਚਾਹੀਦੇ ਨੇ? ਨਹੀਂ ਚਲੋ ਉਹ ਤਾਂ ਕੋਈ ਕਰਾ ਵੀ ਸਕਦੇ ਹਾਂ ਆਪਾਂ, ਇਹ ਡਿਪੈਂਡ ਕਰਦਾ ਵੀ ਤੁਹਾਡੇ ਕੋਲ ਡਾਕਟਰ ਕਿੱਦਾਂ ਦਾ। ਜੇ ਤੁਹਾਡੇ ਕੋਲ ਜੈਨੂਅਨ ਡਾਕਟਰ ਹੈਗਾ ਤੁਹਾਡਾ ਕੋਈ ਵੈਲ ਵਿਸ਼ਰ, ਤਾਂ ਡਾਕਟਰ ਕੋਲ ਪਹਿਲਾਂ ਜਾਣਾ ਹੀ ਚਾਹੀਦਾ ਟੈਸਟ ਕਰਾਉਣ ਤੋਂ ਪਹਿਲਾਂ, ਕਿਉਂਕਿ ਤੁਸੀਂ ਅਨਨੈਸੈਸਰੀ ਟੈਸਟ ਨਹੀਂ ਕਰਾਓਗੇ ਇੱਕ ਤਾਂ ਬਿਨਾਂ ਮਤਲਬ ਦੇ। ਦੂਜੀ ਗੱਲ ਇਹ ਹੈ ਵੀ ਟੈਸਟਾਂ ਦੀ ਫਿਰ ਅਲਟੀਮੇਟਲੀ ਇੰਟਰਪ੍ਰੀਟੇਸ਼ਨ ਤਾਂ ਉਹ ਨਹੀਂ ਕਰਨੀ ਹੈ ਨਾ, ਟ੍ਰੀਟਮੈਂਟ ਵੀ ਉਹਨੇ ਦੇਣੀ ਹੈ। ਸੋ ਜੇ ਅਗਰ ਇੱਦਾਂ ਦੀ ਅਵੇਲੇਬਿਲਿਟੀ ਹੈਗੀ ਹੈ ਤਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਡਾਕਟਰ ਜਿਹੜਾ ਜੈਨੂਅਨ ਅਵੇਲੇਬਲ ਨਹੀਂ ਹੈ, ਫਿਰ ਤੁਸੀਂ ਆਪਣੀ ਜੱਜਮੈਂਟ ਵੀ ਯੂਜ਼ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਲਾਮਤਾਂ ਹੋਣ ਤੇ ਜ਼ਰੂਰ ਟੈਸਟ ਕਰਾਉਣ ਜਾਣਾ, ਇਹ ਕੋਈ ਜ਼ਰੂਰੀ ਨਹੀਂ। ਬਹੁਤ ਵਾਰੀ ਟੈਸਟਾਂ 'ਚ ਪਹਿਲਾਂ ਆ ਜਾਂਦੀ ਹੈ ਬਿਮਾਰੀ, ਤੁਹਾਨੂੰ ਇੰਡੀਕੇਟ ਅਲਾਮਤਾਂ ਲੇਟ ਆਉਂਦੀਆਂ ਨੇ, ਅਲਾਮਤਾਂ ਬਹੁਤ ਲੇਟ ਆਉਂਦੀਆਂ, ਅਲਾਮਤਾਂ ਬਹੁਤ ਐਡਵਾਂਸ ਲੈਵਲ 'ਤੇ ਆਉਂਦੀਆਂ ਨੇ ਨਾ। ਜਿਹੜੇ ਬਹੁਤ ਸਾਰੇ ਟੈਸਟ ਇਹੋ ਜਿਹੇ ਨੇ ਜਿਹੜੇ ਕਿ ਤੁਹਾਨੂੰ ਪ੍ਰੀ ਕਲੀਨਿਕਲ ਸਟੇਜ 'ਤੇ ਵੀ ਦੱਸ ਦਿੰਦੇ ਆ। ਤਾਂ ਅੱਜ ਕੱਲ੍ਹ ਅਗਲਾ ਯੁੱਗ ਇਹੀ ਆ ਰਿਹਾ ਕਿ ਤੁਹਾਨੂੰ ਬਿਮਾਰੀ ਹੋਣ ਤੋਂ ਕਾਫੀ ਦੇਰ ਪਹਿਲਾਂ ਟੈਸਟ ਦੱਸ ਦਿਆ ਕਰਨਗੇ ਵੀ ਤੁਹਾਨੂੰ ਆਹ ਬਿਮਾਰੀ ਹੋਣ ਜਾ ਰਹੀ ਹੈ ਤਾਂ ਬਚੋ। ਸੋ ਇਹ ਅੱਛੀ ਡਿਵੈਲਪਮੈਂਟਸ ਨੇ। ਪਰ ਇਹਨੂੰ ਜਿਹੜਾ ਅਗਲੀ ਕੀਤਾ ਜਿਹਨੂੰ ਇਹਦੇ ਅੰਦਰ ਜਿਹੜਾ ਮਤਲਬ ਵਪਾਰ ਆ ਗਿਆ ਜਾਂ ਲਾਲਚ ਆ ਗਿਆ, ਉਹਨੇ ਇਹਨੂੰ ਬਹੁਤ ਖਰਾਬ ਕੀਤਾ। ਕਿਉਂਕਿ ਲਾਲਚ ਦੇ ਸਿਰ 'ਤੇ ਫਿਰ ਬੰਦੇ ਜਿਹੜੇ ਇਹਨੂੰ ਮਿਸਯੂਜ਼ ਕਰਦੇ ਆ, ਫਾਲਤੂ ਟੈਸਟ ਕਰਵਾਉਂਦੇ ਆ, ਤਾਂ ਉਹ ਮੈਂ ਸਮਝਦਾ ਕਿ ਉਹ ਥੋੜ੍ਹਾ ਵਰਤਾਰਾ ਗਲਤ ਹੈ। ਅਤੇ ਉਹਦਾ ਹੱਲ ਜਿਹੜਾ ਨਾ ਆਉਣ ਵਾਲੇ ਸਮੇਂ 'ਚ ਲੋਕ ਦੇਖੋ ਮੰਗ ਨਿਕਲਣੀ ਆ। ਹੁਣ ਜਿਹੋ ਜਿਹਾ ਵਰਤਾਰਾ ਇੱਕ ਮੰਗ ਨਿਕਲਣੀ ਜਿਹੜੀ ਕਿ ਬਹੁਤ ਜਾਇਜ਼ ਮੰਗ ਹੈ ਕਿ ਸਾਰਾ ਹੈਲਥ ਸਿਸਟਮ ਨੈਸ਼ਨਲਾਈਜ਼ ਹੋਣਾ ਚਾਹੀਦਾ। ਕਿ ਜਿਹੜਾ ਸਿਸਟਮ ਹੈ ਨਾ ਓਪਨ ਮਾਰਕੀਟ ਸਿਸਟਮ, ਸਿਹਤ ਦੇ ਮਾਮਲੇ ਕੋਈ ਓਪਨ ਮਾਰਕੀਟ ਸਿਸਟਮ ਨਹੀਂ ਹੈ। ਸਾਰਾ ਜਿਹੜਾ ਹੈ ਉਹ ਨੈਸ਼ਨਲਾਈਜ਼ਡ ਹੋਵੇ ਜਾਂ ਨੈਸ਼ਨਲ ਸੁਪਰਵਿਜ਼ਨ 'ਚ ਹੋਵੇ, ਅਤੇ ਉਹਦੇ ਪੂਰੇ ਰੇਟਸ ਡਿਸਾਈਡ ਹੋਣ, ਉਹਦੇ ਪੂਰਾ ਇੱਕ ਸਿਸਟਮ ਬਣਿਆ ਹੋਵੇ, ਉਹਦੇ ਵਿੱਚ ਪੈ ਕੇ ਹੀ ਤੁਸੀਂ ਜਾ ਸਕੋ। ਉਹਦੇ ਆਪਣੇ ਐਡਵਾਂਟੇਜਸ ਵੀ ਹੋਣਗੇ ਅਤੇ ਥੋੜ੍ਹੇ ਬਹੁਤੇ ਡਿਸਐਡਵਾਂਟੇਜਸ ਵੀ ਹੋਣਗੇ। ਮੈਂ ਸਮਝ ਜਿੰਨਾ ਗੰਦ ਹੁਣ ਪੈ ਚੁੱਕਿਆ, ਜਿੰਨੀ ਕਿ ਜ਼ਿਆਦਾ ਇਸ ਵੇਲੇ ਜਿਹੜੀ ਵਪਾਰੀਕਰਨ ਹੋ ਗਿਆ ਕਰੂਡ ਢੰਗ ਦਾ, ਉਹ 'ਚ ਇੱਕ ਵਾਰੀ ਇਹਨੂੰ ਇਸ ਸਿਸਟਮ ਨੂੰ ਕੋਈ ਸਟ੍ਰੀਮਲਾਈਨ ਕਰਨ ਲਈ ਤੁਹਾਨੂੰ ਕਿਸੇ ਨਾ ਕਿਸੇ ਢੰਗ ਦਾ ਇਹਦਾ ਨੈਸ਼ਨਲ ਗੌਰਮੈਂਟਸ ਦਾ ਜਾਂ ਸਟੇਟ ਗੌਰਮੈਂਟਸ ਦੀ ਇੰਟਰਵੈਂਸ਼ਨ ਬਹੁਤ ਬੇਹੱਦ ਜ਼ਰੂਰੀ ਹੈ। ਉਹ ਅਗਰ ਇੰਟਰਵੈਂਸ਼ਨ ਹੋਏਗੀ ਤਾਂ ਹੀ ਲੋਕ ਐਕਸਪਲੋਇਟੇਸ਼ਨ ਤੋਂ ਬਚਣਗੇ, ਨਹੀਂ ਤਾਂ ਫਿਰ ਲੋਕ ਐਕਸਪਲੋਇਟ ਹੋਈ ਜਾਣਗੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਇਸ ਨੂੰ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਵਡਮੁੱਲੀ ਜਾਣਕਾਰੀ ਦਿੱਤੀ ਹੈ ਵੀ ਕਿਸ ਢੰਗ ਨਾਲ ਜਦੋਂ ਲੋਕ ਜਿਹੜੇ ਨੇ ਸੈਲਫ ਟੈਸਟ ਵੱਲ ਵੱਧਦੇ ਨੇ ਉਹਦਾ ਕੀ ਨੁਕਸਾਨ ਹੈ, ਕੀ ਫਾਇਦਾ ਹੈ, ਕਿਹਨਾਂ ਲੋਕਾਂ ਨੂੰ ਟੈਸਟ ਕਰਾਉਣ ਲਈ ਜਾਣਾ ਚਾਹੀਦਾ ਹੈ, ਕਿਹੜੇ ਹਾਲਾਤਾਂ 'ਚ ਟੈਸਟ ਕਰਾਉਣ ਲਈ ਜਾਣਾ ਚਾਹੀਦਾ ਹੈ। ਇਹ ਟੈਸਟ ਦਾ ਕ੍ਰਾਈਟੀਰੀਆ ਕਿਹਨਾਂ ਲੋਕਾਂ ਨੇ ਫਿਕਸ ਕੀਤਾ ਵੀ ਕਿੰਨਾ ਜਿਹੜਾ ਉਹਦੇ 'ਚ ਆਵੇ ਟੈਸਟ ਦੇ ਵਿੱਚ, ਅਤੇ ਉਹ ਬੰਦਾ ਬਿਮਾਰ ਹੈ ਜਾਂ ਕਿੰਨਾ ਉਹਦੇ 'ਚ ਇੱਕ ਕ੍ਰਾਈਟੀਰੀਆ ਹੈਗਾ, ਉਹਦੇ ਜੇ ਘੱਟ ਆਵੇ ਤਾਂ ਉਹ ਬੰਦਾ ਤੰਦਰੁਸਤ ਹੈ ਜਾਂ ਉਹ ਵੀ ਬਿਮਾਰ ਹੈ। ਇਹ ਕਿਹੜੇ ਲੋਕਾਂ ਨੇ ਫਿਕਸ ਕੀਤਾ ਅਤੇ ਉਹਦੇ ਪਿੱਛੇ ਉਹਨਾਂ ਦੇ ਕੀ ਲਾਲਚ ਕੰਮ ਕਰ ਰਹੇ ਸੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।